Sikh24.com ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ ਦੀ ਜਿਹੜੀ ਗੱਲਬਾਤ ਆ ਉਹ ਆਰਐਸਐਸ ਦੀ ਜਿਹੜਾ ਭਾਵਨਾ ਘੱਟ ਗਿਣਤੀਆਂ ਪ੍ਰਤੀ ਜਿਹੜੀ ਵਿਚਾਰਧਾਰਾ ਵਾ ਉਹਦੇ ਬਾਰੇ ਗੱਲਬਾਤ ਕਰਨੀ ਆ। ਪੰਜਾਬ ਦੇ ਦੁਆਬਾ ਖੇਤਰ ਤੋਂ ਸਿੱਖ ਆਗੂ ਸਰਦਾਰ ਅਮਰੀਕ ਸਿੰਘ ਬੱਲੋਵਾਲ ਮੇਰੇ ਨਾਲ ਇਹ ਗੱਲਬਾਤ ਕਰਨ ਦੇ ਲਈ ਹਾਜ਼ਰ ਨੇ। ਗੱਲਬਾਤ ਦੀ ਸ਼ੁਰੂਆਤ ਉਹਨਾਂ ਨਾਲ ਫਤਿਹ ਦੀ ਸਾਂਝ ਪਾ ਕੇ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਸੱਦਾ ਦਿੰਦਾ ਹੋਇਆ ਫਤਿਹ ਗਜਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਪਪਲਪ੍ਰੀਤ ਸਿੰਘ ਜੀ, ਤੁਹਾਨੂੰ ਅਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੈਂ ਜੀ ਆਇਆਂ ਆਖਦਾ। ਮੈਂ ਖੁਦ ਤੁਹਾਡਾ ਬਹੁਤ ਵੱਡਾ ਪ੍ਰਸ਼ੰਸਕ ਹੈ। ਐਜ਼ ਏ ਪੱਤਰਕਾਰੀ ਦੇ ਤੌਰ 'ਤੇ ਤੁਹਾਡਾ ਬਹੁਤ ਨਾਮਣਾ ਹੈ ਔਰ ਮੈਂ ਧੰਨਵਾਦ ਕਰਦਾ ਜਿਹੜਾ ਤੁਸੀਂ ਅੱਜ ਮੈਨੂੰ ਯਾਦ ਕੀਤਾ ਔਰ ਵਿਚਾਰ ਰੱਖਣ ਦਾ ਮੌਕਾ ਦਿੱਤਾ ਜੀ। ਹਾਂਜੀ, ਮਿਹਰਬਾਨੀ ਜੀ। ਗੱਲ ਇਹ ਆ ਕਿ ਜਦੋਂ ਆਰਐਸਐਸ ਬਾਰੇ ਗੱਲ ਚੱਲਦੀ ਆ, ਰਾਸ਼ਟਰੀ ਸਵਯੰ ਸੇਵਕ ਸੰਘ, ਤਾਂ ਇਹ ਤਾਂ ਕਹਿ ਦਿੱਤਾ ਜਾਂਦਾ ਕਿ ਆਰਐਸਐਸ ਜਿਹੜੀ ਆ ਸਿੱਖੀ ਲਈ ਖਤਰਾ ਵਾ, ਅਤੇ ਇਸ ਗੱਲ ਨੂੰ ਵਾਰ-ਵਾਰ ਦੁਹਰਾਇਆ ਜਾਂਦਾ। ਕਈ ਲੋਕ ਇਸ ਵਿਚਾਰ ਨੂੰ ਘਟਦੇ ਆ ਕਿ ਨਹੀਂ ਜੀ ਇਹ ਹਊਆ ਖੜਾ ਕੀਤਾ ਗਿਆ। ਸਰਦਾਰ ਅਮਰੀਕ ਸਿੰਘ ਬੱਲੋਵਾਲ ਦੇ ਰਾਹੀਂ ਮੈਂ ਜਾਣਨਾ ਚਾਹੁੰਦਾ ਕਿ ਆਰਐਸਐਸ ਸਿੱਖੀ ਲਈ ਹਊਆ ਕਿਵੇਂ ਆ। ਬੇਸ਼ੱਕ ਅਣਗਿਣਤ ਰੂਪ ਦੇ ਵਿੱਚ ਸਿੱਖੀ ਨੂੰ ਚੁਣੌਤੀਆਂ ਹੋਰ ਵੀ ਨੇ। ਅੱਜ ਦਾ ਵਿਸ਼ਾ ਜਿਹੜਾ ਆਰਐਸਐਸ ਬਾਰੇ ਆ, ਕਿਵੇਂ ਮੰਨਦੇ ਹੋ ਕਿ ਆਰਐਸਐਸ ਜਿਹੜੀ ਆ ਸਿੱਖੀ ਲਈ ਚੁਣੌਤੀ ਆ, ਅਤੇ ਇਹ ਕਿਵੇਂ ਸਾਨੂੰ ਬ੍ਰਾਹਮਣੀ ਤੌਰ 'ਤੇ ਟੱਕਰ ਰਹੀ ਆ, ਉਸ ਨੂੰ ਤੁਸੀਂ ਵਿਆਖਿਆ ਕਰਨੀ ਹੋਵੇ ਤਾਂ ਕੀ ਸੋਚਦੇ ਹੋ? ਸਰਦਾਰ ਪਪਲਪ੍ਰੀਤ ਸਿੰਘ ਜੀ, ਜਿਹੜੀ ਬੇਸਿਕ ਫਰਕ ਹੈ ਆਰਐਸਐਸ ਦਾ ਜਾਂ ਸਿੱਖ ਕੌਮ ਦੇ ਟਕਰਾਅ ਦਾ ਜਿਹੜਾ ਬੇਸਿਕ ਸਿਧਾਂਤ ਹੈ, ਉਹ ਸਾਡੀ ਆਈਡੀਓਲੋਜੀ ਹੈ। ਗੁਰੂ ਸਾਹਿਬਾਨਾਂ ਨੇ ਸਾਨੂੰ ਬਰਾਬਰਤਾ ਦਾ ਸਿਧਾਂਤ ਦਿੱਤਾ ਹੈ। ਗੁਰੂ ਸਾਹਿਬ ਜਨਮ ਦੇ ਸਿਧਾਂਤ ਨੂੰ ਨਹੀਂ ਮੰਨਦੇ, ਕਰਮ ਦੇ ਸਿਧਾਂਤ ਨੂੰ ਮੰਨਦੇ ਨੇ। ਔਰ ਆਰਐਸਐਸ ਜਿਹੜੀ ਹੈ ਉਹ ਜਨਮ ਦੇ ਸਿਧਾਂਤ ਨੂੰ ਮੰਨਦੀ ਔਰ ਜਨਮ ਦੇ ਸਿਧਾਂਤ ਨੂੰ ਮੰਨ ਕੇ ਉਹ ਇੱਕ ਹਿੰਦੂ ਰਾਸ਼ਟਰ ਨੂੰ ਸਿਰਜਣ ਦੀ ਕਲਪਨਾ ਕਰਦੀ ਹੈ। ਔਰ ਉਹ ਜਿਹੜਾ ਹਿੰਦੂ ਰਾਸ਼ਟਰ ਹੈ, ਭਾਵੇਂ ਉਹ ਜ਼ਿਕਰ ਤਾਂ ਕੀਤਾ ਜਾਂਦਾ ਵੀ ਇੱਕ ਹਿੰਦੂ ਰਾਸ਼ਟਰ ਹੈ, ਪਰ ਜੇ ਤੁਸੀਂ ਸਮੁੱਚਤਾ ਦੇ ਵਿੱਚ ਹਿੰਦੂ ਧਰਮ ਨੂੰ ਦੇਖੋ ਤਾਂ ਹਿੰਦੂ ਧਰਮ ਇੱਕ ਖਾਸ ਸ਼੍ਰੇਣੀ ਦੇ ਅਧੀਨ ਚੱਲਣ ਵਾਲਾ ਧਰਮ ਹੈ। ਹਿੰਦੂ ਧਰਮ ਦੇ ਵਿੱਚ 4 ਵਰਣ ਨੇ। ਇੱਕ ਖਾਸ ਵਰਣ ਜਿਹੜਾ ਹੈ ਉਹਨੂੰ ਸਰਵਉੱਚ ਮੰਨਿਆ ਜਾਂਦਾ ਹੈ। ਬਾਕੀ ਜਿਹੜੇ ਤੀਸਰੇ 3 ਵਰਣ ਨੇ ਉਹਨਾਂ ਨੂੰ ਉਹਦੇ ਅਧੀਨ ਮੰਨਿਆ ਜਾਂਦਾ ਹੈ। ਔਰ ਇਹਦੇ ਵਿੱਚ ਵਿਸ਼ੇਸ਼ ਤੌਰ 'ਤੇ ਜਿਹੜਾ ਬਹੁਜਨ ਸਮਾਜ ਹੈ ਉਹਨਾਂ ਨੂੰ ਸ਼ੂਦਰ ਕਿਹਾ ਜਾਂਦਾ ਔਰ ਸ਼ੂਦਰਾਂ ਨੂੰ ਬਹੁਤ ਹੀ ਨੀਵੇਂ ਪੱਧਰ ਦੇ ਲੋਕ ਮੰਨਿਆ ਜਾਂਦਾ ਔਰ ਉਹਨਾਂ ਦਾ ਸਮਾਜਿਕ ਜਿਹੜਾ ਰਹਿਣ ਸਹਿਣ ਹੈ ਉਹ ਵੀ ਬਹੁਤ ਨੀਵਾਂ ਕੀਤਾ ਗਿਆ। ਅਤੇ ਸਾਡਾ ਜਿਹੜਾ ਟਕਰਾਅ ਹੈ ਆਰਐਸਐਸ ਦੇ ਨਾਲ ਉਹ ਇਹੀ ਹੈ, ਕਿਉਂਕਿ ਅਸੀਂ ਗੁਰੂ ਸਾਹਿਬ ਦੀ ਸੋਚ ਦੇ ਮੁਤਾਬਕ ਸਭਨਾਂ ਨੂੰ ਰਾਜ ਦੇ ਵਿੱਚ ਭਾਗੀਦਾਰ ਬਣਾਉਣਾ ਚਾਹੁੰਦੇ ਹਾਂ। ਅਸੀਂ ਸਭ ਨੂੰ ਆਪਣੀ ਹਿੱਕ ਦੇ ਨਾਲ ਲਾਉਣਾ ਚਾਹੁੰਦੇ ਹਾਂ। ਅਸੀਂ ਦੱਬੇ ਕੁਚਲੇ ਲਤਾੜੇ ਵਰਗ ਦੇ ਨਾਲ ਖੜਨ ਵਾਲੇ ਹਾਂ, ਉਹਨਾਂ ਦੀ ਢਾਲ ਬਣਨ ਵਾਲੇ ਹਾਂ। ਅਤੇ ਆਰਐਸਐਸ ਦੀ ਜਿਹੜੀ ਆਈਡੀਓਲੋਜੀ ਹੈ ਉਹ ਜਨਮ ਸਿਧਾਂਤ ਨੂੰ ਪਾਲਣਾ ਕਰਕੇ ਦੂਸਰੇ ਲੋਕਾਂ ਦੇ ਉੱਤੇ ਜ਼ੁਲਮ ਕਰਨ ਦੀ ਹੈ, ਦੂਸਰਿਆਂ ਨੂੰ ਆਪਣੇ ਤੋਂ ਨੀਵਾਂ ਮੰਨਣ ਦੀ ਔਰ ਆਪਣੀ ਸਰਵਉੱਚਤਾ ਕਾਇਮ ਕਰਕੇ ਇੱਕ ਐਸਾ ਰਾਸ਼ਟਰ ਸਿਰਜਣ ਦੀ ਹੈ ਜਿਹਦੇ ਵਿੱਚ ਬ੍ਰਾਹਮਣ ਜਿਹੜਾ ਉਹ ਰਾਜਕਰਤਾ ਸ਼੍ਰੇਣੀ ਦੇ ਵਿੱਚ ਹੋਊਗਾ। ਭਾਵੇਂ ਨਾਂ ਹਿੰਦੂ ਰਾਸ਼ਟਰ ਦਾ ਦਿੱਤਾ ਗਿਆ, ਪਰ ਅਸਲ ਵਿੱਚ ਇਹ ਹਿੰਦੂ ਰਾਸ਼ਟਰ ਨਹੀਂ, ਇਹ ਹਿੰਦੂ ਰਾਸ਼ਟਰ ਦੇ ਨਾਮ ਹੇਠ ਸਮੁੱਚੀ ਹਿੰਦੂ ਕੌਮ ਨੂੰ ਮੋਬਲਾਈਜ਼ ਕੀਤਾ ਜਾ ਰਿਹਾ, ਚੈਨਲਾਈਜ਼ ਕੀਤਾ ਜਾ ਰਿਹਾ, ਪਰ ਅਸਲ ਵਿੱਚ ਇਹ ਬ੍ਰਾਹਮਣ ਰਾਸ਼ਟਰ ਸਿਰਜਣ ਦੀ ਜਿਹੜੀ ਸੋਚ ਹੈ ਇਹੀ ਸਾਡੇ ਟਕਰਾਅ ਦਾ ਜਿਹੜਾ ਹੈ ਉਹ ਮੂਲ ਕਾਰਨ ਹੈ। ਬ੍ਰਾਹਮਣ ਦੀ ਜੇ ਸਰਦਾਰੀ ਹੋਵੇ, ਆਉਣ ਵਾਲਾ ਜਿਹੜਾ ਹਿੰਦੂ ਰਾਸ਼ਟਰ ਦਾ ਉਹ ਸੁਪਨਾ ਵੇਖ ਰਹੇ ਆ, ਅਤੇ ਬਾਕੀਆਂ ਦੇ ਲਈ ਜਿਹੜਾ ਜੀਵਨ ਪੱਧਰ ਆ ਉਹਨੂੰ ਕਿਵੇਂ ਚਿਤਵਦੇ ਹੋ? ਕੀ ਬਚਦਾ ਉਹਨਾਂ ਲਈ? ਦੇਖੋ, ਜੇ ਬ੍ਰਾਹਮਣ ਦੀ ਸਰਦਾਰੀ ਕਾਇਮ ਹੋ ਜਾਂਦੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਿੰਦੂ ਰਾਸ਼ਟਰ ਇਹਨਾਂ ਨੇ ਕਲਪਿਆ ਹੈ ਉਹ ਸਿਰਜਿਆ ਜਾਂਦਾ ਹੈ, ਤਾਂ ਸਿੱਖ ਕੌਮ ਨੂੰ ਛੱਡ ਕੇ ਬਾਕੀਆਂ ਦੀ ਜਿਹੜੀ ਜੀਵਨ ਸ਼ੈਲੀ ਉਹ ਬੜੀ ਹੀ ਦੁਖਦਾਇਕ ਹੋਊਗੀ। ਉਹਦਾ ਕਾਰਨ ਹੈ ਕਿ ਸਿੱਖ ਕੌਮ ਨੂੰ ਗੁਰੂ ਸਾਹਿਬ ਨੇ ਇਹ ਸਿਧਾਂਤ ਦਿੱਤਾ ਹੈ, ਜਿੱਥੇ ਅਸੀਂ ਬਰਾਬਰਤਾ ਦਾ ਪ੍ਰਚਾਰ ਕਰਦੇ ਹਾਂ, ਜਿੱਥੇ ਅਸੀਂ ਲੰਗਰ ਦੀ ਪ੍ਰਥਾ ਚਲਾਉਂਦੇ ਹਾਂ, ਗੁਰਦੁਆਰਿਆਂ ਨੂੰ ਉਸਾਰਦੇ ਹਾਂ, ਬਾਣੀ ਪੜ੍ਹਦੇ ਹਾਂ, ਪੜ੍ਹਾਉਂਦੇ ਹਾਂ, ਉੱਥੇ ਸਾਨੂੰ ਕਲਗੀਧਰ ਪਾਤਸ਼ਾਹ ਨੇ ਕਿਰਪਾਨ ਦੀ ਬਖਸ਼ਿਸ਼ ਵੀ ਕੀਤੀ ਹੈ। ਜਿੱਥੇ ਸਾਡੇ ਹੱਕਾਂ ਦੇ ਉੱਤੇ ਡਾਕਾ ਪੈਂਦਾ ਹੈ, ਜਿੱਥੇ ਸਾਡੇ ਨਾਲ ਵਧੀਕੀ ਹੁੰਦੀ ਹੈ, ਉੱਥੇ ਅਸੀਂ ਕਿਰਪਾਨ ਦੇ ਨਾਲ ਆਪਣੇ ਹੱਕ ਲੈਣੇ ਵੀ ਜਾਣਦੇ ਹਾਂ। ਪਰ ਸਿੱਖ ਕੌਮ ਤੋਂ ਇਲਾਵਾ ਜਿਹੜੀਆਂ ਦੂਸਰੀਆਂ ਘੱਟ ਗਿਣਤੀ ਕੌਮਾਂ ਭਾਰਤ ਦੇ ਵਿੱਚ ਵਿਚਰ ਰਹੀਆਂ ਨੇ ਜਾਂ ਦੂਸਰੀਆਂ ਜ਼ਾਤਾਂ ਪਾਤਾਂ ਵਰਗ ਵਰਨ ਵਿਚਰ ਰਹੇ ਨੇ, ਭਾਵੇਂ ਕਿ ਅਸੀਂ ਸਿੱਖ ਵਜੋਂ ਉਹਦੇ ਵਿੱਚ ਯਕੀਨ ਨਹੀਂ ਰੱਖਦੇ, ਪਰ ਜੇ ਉਹਨਾਂ ਦੀ ਆਈਡੀਓਲੋਜੀ ਤੋਂ ਦੇਖਿਆ ਜਾਵੇ, ਜਿਹੜੇ ਵਿਚਰ ਰਹੇ ਨੇ ਉਹਨਾਂ ਕੋਲ ਕੋਈ ਐਸੀ ਸੋਚ ਨਹੀਂ, ਉਹਨਾਂ ਦੇ ਕੋਲ ਕੋਈ ਐਸਾ ਸਿਧਾਂਤ ਨਹੀਂ। ਅਤੇ ਮੈਂ ਸਮਝਦਾ ਵੀ ਜੇ ਇਹ ਬ੍ਰਾਹਮਣ ਰਾਸ਼ਟਰ ਜਿਹੜਾ ਉਹ ਸਿਰਜਿਆ ਜਾਂਦਾ ਹੈ, ਜਿਹਦੇ ਵਿੱਚ ਬ੍ਰਾਹਮਣ ਦੀ ਸਰਦਾਰੀ ਕਾਇਮ ਹੋ ਜਾਂਦੀ ਹੈ, ਅਤੇ ਜੇ ਬਹੁਜਨ ਸਮਾਜ ਜਾਂ ਇਸ ਸਮੁੱਚੇ ਖਿੱਤੇ ਦੀਆਂ ਘੱਟ ਗਿਣਤੀ ਕੌਮਾਂ ਸਿੱਖ ਕੌਮ ਦੇ ਨਾਲ ਸਾਂਝ ਬਣਾ ਕੇ ਚੱਲਣਗੀਆਂ, ਤਾਂ ਹੋ ਸਕਦਾ ਵੀ ਆਉਣ ਵਾਲਾ ਭਵਿੱਖ ਜਿਹੜਾ ਉਹਦੇ ਵਿੱਚ ਅਸੀਂ ਬਚ ਸਕੀਏ। ਨਹੀਂ ਤਾਂ
ਸਾਰੇ ਸਮਾਜ ਜਿਹੜਾ ਬਹੁਜਨ ਸਮਾਜ ਹੈ ਜਾਂ ਦੂਸਰੀਆਂ ਘੱਟ ਗਿਣਤੀ ਕੌਮਾਂ ਉਹਨਾਂ ਦੇ ਹਾਲਾਤ ਤਰਸਯੋਗ ਹੋਣਗੇ ਔਰ ਇਹਦੀ ਇਤਿਹਾਸ ਗਵਾਹੀ ਭਰਦਾ ਹੈ। ਪੁਰਾਣੇ ਸਮੇਂ 'ਚ ਤੁਸੀਂ ਜਾਣਦੇ ਹੋ ਕਿ ਕਿਵੇਂ ਸ਼ੂਦਰਾਂ ਦੇ ਨਾਲ ਬੜਾ ਹੀ ਬੁਰਾ ਵਿਹਾਰ ਕੀਤਾ ਜਾਂਦਾ ਸੀ। ਸਿੱਕਾ ਪਿਘਲਾ ਕੇ ਉਹਨਾਂ ਦੇ ਕੰਨ 'ਚ ਪਾ ਦਿੱਤਾ ਜਾਂਦਾ ਸੀ, ਉਹਨਾਂ ਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਸੀ, ਉਹਨਾਂ ਦੇ ਲੱਕ ਦੇ ਨਾਲ ਝਾੜੂ ਬੰਨਿਆ ਹੋਇਆ ਹੁੰਦਾ ਸੀ, ਉਹਨਾਂ ਨੂੰ ਪਾਣੀ ਪੀਣ ਦਾ ਇਜਾਜ਼ਤ ਨਹੀਂ ਸੀ। ਜਿੱਥੋਂ ਸਾਰੇ ਬ੍ਰਾਹਮਣ ਖੂਹਾਂ ਤੋਂ ਪਾਣੀ ਪੀਂਦੇ ਸੀ ਉਹ ਉੱਥੋਂ ਨਹੀਂ ਸੀ ਪੀ ਸਕਦੇ, ਉਹਨਾਂ ਨੂੰ ਗੰਦਾ ਪਾਣੀ ਪੀਣ ਲਈ ਦਿੱਤਾ ਜਾਂਦਾ ਸੀ। ਸੋ ਉਹੀ ਆਈਡੀਓਲੋਜੀ ਜਿਹੜੀ ਮਨੂਵਾਦ ਦੀ ਹੈ, ਮਨੂ ਸਮ੍ਰਿਤੀ ਆਧਾਰਿਤ ਆਈਡੀਓਲੋਜੀ, ਉਸੇ ਨੂੰ ਇਹ ਲਾਗੂ ਕਰਨਗੇ ਅਤੇ ਉਹਦੇ ਵਿੱਚ ਦੂਸਰੀਆਂ ਕੌਮਾਂ ਅਤੇ ਦੂਸਰੇ ਸਮਾਜ ਦਾ ਜਿਹੜਾ ਜੀਵਨ ਹੈ ਉਹ ਬਹੁਤ ਨੀਵਾਂ ਹੋਊਗਾ। ਭਾਵ ਉਹਨਾਂ ਲਈ ਕੋਈ ਥਾਂ ਹੀ ਨਹੀਂ ਹੋਊਗਾ। ਨਹੀਂ, ਬਿਲਕੁਲ ਉਹਨਾਂ ਦੇ ਕੋਈ ਥਾਂ ਨਹੀਂ ਹੋਊਗਾ, ਕਿਉਂਕਿ ਬ੍ਰਾਹਮਣ ਰਾਸ਼ਟਰ ਦੀ ਜਿਹੜੀ ਸੋਚ ਹੈ ਉਹ ਇਸੇ 'ਤੇ ਆਧਾਰਿਤ ਹੈ। ਬ੍ਰਾਹਮਣ ਸਮਾਜ ਦੀ ਜਿਸ ਦੀ ਕਲਪਨਾ ਕਰਦਾ ਹੈ, ਉਸ ਸਮਾਜ ਦੇ ਵਿੱਚ ਉਹ ਕਿਸੇ ਹੋਰ ਦੀ ਸਰਦਾਰੀ ਬਰਦਾਸ਼ਤ ਹੀ ਨਹੀਂ ਕਰ ਸਕਦਾ, ਉਹ ਕਿਸੇ ਹੋਰ ਦੇ ਨਾਲ ਪਾਵਰ ਸ਼ੇਅਰਿੰਗ ਨਹੀਂ ਕਰ ਸਕਦਾ। ਬ੍ਰਾਹਮਣ ਕੇਵਲ ਜਨਮ ਸਿਧਾਂਤ ਦੇ ਉੱਤੇ ਯਕੀਨ ਰੱਖਦਾ ਹੈ ਔਰ ਜਨਮ ਸਿਧਾਂਤ ਦੇ ਉੱਤੇ ਯਕੀਨ ਰੱਖਣ ਕਰਕੇ ਉਹ ਕੇਵਲ ਬ੍ਰਾਹਮਣਾਂ ਨੂੰ ਆਪਣੀ ਪਾਵਰ ਸ਼ੇਅਰਿੰਗ ਦੇ ਵਿੱਚ ਹਿੱਸੇਦਾਰ ਬਣਾਵੇਗਾ, ਪਾਵਰ ਦੇ ਵਿੱਚ ਹਿੱਸੇਦਾਰ ਬਣਾਵੇਗਾ, ਦੂਸਰੇ ਕਿਸੇ ਨੂੰ ਨਹੀਂ ਬਣਾਵੇਗਾ। ਸਿੱਖਾਂ ਕੋਲ ਰਾਜ ਦਾ ਕੀ ਮਾਡਲ ਆ? ਸਿੱਖ ਕੌਮ ਦੇ ਕੋਲ ਰਾਜ ਦੇ ਦੋ ਮਾਡਲ ਨੇ। ਇੱਕ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਾਦਸ਼ਾਹਤ, ਜਿਹੜੇ ਸਾਡੇ ਪਹਿਲੇ ਬਾਦਸ਼ਾਹ ਹੋਏ ਨੇ, ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਨੇ ਆਪਣਾ ਰਾਜ ਸਥਾਪਿਤ ਕੀਤਾ। ਔਰ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਿਹਾ ਜਾਂਦਾ ਹੈ। ਦੋਵੇਂ ਰਾਜਾਂ ਦੇ ਵਿੱਚ ਸਿੱਖ ਕੌਮ ਨੇ ਕਿਸੇ ਵੀ ਇਨਸਾਨ ਦੇ ਨਾਲ ਜਿਹੜਾ ਕਿ ਪ੍ਰਸ਼ਾਸਨਿਕ ਤੌਰ ਦੇ ਉੱਤੇ ਸਿੱਖ ਰਾਜ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੋਵੇ, ਉਹਦੇ ਨਾਲ ਜਨਮ ਸਿਧਾਂਤ ਦੇ ਤੌਰ ਦੇ ਉੱਤੇ ਕੋਈ ਵਿਤਕਰਾ ਨਹੀਂ ਕੀਤਾ। ਉਹਦੀ ਜਾਤ ਪਾਤ ਨੂੰ ਨਹੀਂ ਪਰਖਿਆ ਗਿਆ, ਉਹਦੇ ਧਰਮ ਨੂੰ ਨਹੀਂ ਪਰਖਿਆ ਗਿਆ, ਉਹਦੇ ਨਾਲ ਕੋਈ ਜਾਤ ਪਾਤ ਆਧਾਰਿਤ ਜਾਂ ਧਰਮ ਆਧਾਰਿਤ ਵਿਤਕਰਾ ਨਹੀਂ ਕੀਤਾ ਗਿਆ। ਸਗੋਂ ਸਿੱਖ ਰਾਜ ਦੇ ਵਿੱਚ ਦੂਸਰੀਆਂ ਕੌਮਾਂ ਅਤੇ ਦੂਸਰੇ ਮਜ਼ਹਬਾਂ ਦੇ ਲੋਕਾਂ ਨੂੰ ਉੱਚੀਆਂ ਪਦਵੀਆਂ ਦੇ ਕੇ ਨਿਵਾਜਿਆ ਗਿਆ। ਔਰ ਮਹਾਰਾਜਾ ਰਣਜੀਤ ਸਿੰਘ ਰਾਜ ਦੇ ਵਿੱਚ ਫਾਈਨੈਂਸ ਦੀ ਪਦਵੀ ਦੇ ਉੱਤੇ, ਹੋਰ ਬਹੁਤ ਸਾਰੀਆਂ ਉੱਚੀਆਂ ਪਦਵੀਆਂ ਦੇ ਉੱਤੇ ਦੂਸਰੀਆਂ ਕੌਮਾਂ ਦੇ ਲੋਕ ਜਿਹੜੇ ਸੀ ਉਹ ਬੈਠੇ ਸਨ ਔਰ ਉਹ ਕੰਮ ਚਲਾ ਰਹੇ ਸਨ। ਸੋ ਸਾਡੇ ਕੋਲ ਇਹ ਮਾਡਲ ਹੈ। ਕੇਵਲ ਅਸੀਂ ਗੱਲਾਂ ਹੀ ਨਹੀਂ ਕਰਦੇ, ਅਸੀਂ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਪੜ੍ਹਿਆ ਹੈ, ਉਹਨਾਂ ਨੂੰ ਆਪਣੀ ਜੀਵਨ 'ਚ ਲਾਗੂ ਕੀਤਾ। ਗੁਰੂ ਨਾਨਕ ਸਾਹਿਬ ਨੇ ਜਿਹੜਾ ਬਰਾਬਰਤਾ ਦਾ ਰਾਜ ਸਾਨੂੰ ਸਿਧਾਂਤ ਦਿੱਤਾ ਸੀ, ਉਸ ਬਰਾਬਰਤਾ ਦੇ ਸਿਧਾਂਤ ਦੀ ਪਾਲਣਾ ਕਰਕੇ ਜਦੋਂ ਅਸੀਂ ਸਿੱਖ ਰਾਜ ਸਥਾਪਿਤ ਕੀਤਾ ਅਤੇ ਅਸੀਂ ਉਹਦੇ ਵਿੱਚ ਉਸ ਸਿਧਾਂਤ ਨੂੰ ਮੂਲ ਰੂਪ 'ਚ ਲਾਗੂ ਵੀ ਕੀਤਾ। ਸੋ ਇਹ ਸਾਡੀ ਪ੍ਰਾਪਤੀ ਹੈ। 170 ਸਾਲ ਤਕਰੀਬਨ ਹੋ ਗਿਆ ਸਿੱਖ ਰਾਜ ਗਏ ਨੂੰ, ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕੀਤੀ ਤਾਂ 300 ਸਾਲ ਦਾ ਸਮਾਂ ਉਹ ਵੀ ਵੰਡਦਾ। ਅਤੇ ਇਹ ਤੁਸੀਂ ਉਸ ਜਿਹੜਾ ਸਾਡਾ ਵਿਚਰਨ ਦਾ ਤੌਰ ਤਰੀਕਾ, ਉਹਦੇ 'ਚ ਕੋਈ ਫਰਕ ਤਾਂ ਨਹੀਂ ਆਇਆ? ਤੁਹਾਨੂੰ ਐਂ ਤਾਂ ਨਹੀਂ ਲੱਗਦਾ? ਬਹੁਤ ਜ਼ਿਆਦਾ ਫਰਕ ਆ ਗਿਆ। ਅੱਜ ਦਾ ਸਿੱਖ ਵਿਸਲਾ ਹੋ ਗਿਆ। ਅੱਜ ਮੈਨੂੰ ਬੜੇ ਦੁੱਖ ਦੇ ਨਾਲ ਇਹ ਕਹਿਣਾ ਪੈਂਦਾ ਵੀ ਸਾਡੇ ਬਹੁਤ ਸਾਰੇ ਉੱਘੇ ਸਿੱਖ ਆਗੂ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਨੇ, ਮੈਂ ਅੱਜ ਵੀ ਕਿਸੇ ਦੀ ਇੰਟਰਵਿਊ ਸੁਣ ਲਿਆ ਸੀ, ਮੈਂ ਉਹਦਾ ਨਾਂ ਤਾਂ ਨਹੀਂ ਲਵਾਂਗਾ, ਪਰ ਉਹਨੇ ਇੱਕ ਪੰਜਾਬ ਦੇ ਨੈਸ਼ਨਲ ਮੀਡੀਆ ਦੇ ਉੱਤੇ ਇਹ ਗੱਲ ਕਹੀ ਵੀ RSS ਵੱਲੋਂ ਸਾਨੂੰ ਕੋਈ ਖਤਰਾ ਨਹੀਂ। ਸੋ ਇਹ ਬੜੀ ਹਾਸੋਹੀਣੀ ਗੱਲ ਹੈ। ਅਸੀਂ ਜਾਣਦੇ ਹਾਂ ਕਿ RSS ਲੰਮੇ ਸਮੇਂ ਤੋਂ ਸਾਡੇ ਨਾਲ ਚਾਲਾਂ ਚੱਲ ਰਹੀ ਹੈ। ਜੇ ਮੈਂ ਭਗਤ ਸਾਹਿਬਾਨਾਂ ਦੇ ਦੌਰ ਤੋਂ ਲੈ ਲਵਾਂ ਅਤੇ ਸਤਿਗੁਰੂ ਰਵਿਦਾਸ ਜੀ, ਸ਼੍ਰੋਮਣੀ ਭਗਤ ਰਵਿਦਾਸ ਜੀ, ਜਿਨ੍ਹਾਂ ਨੇ ਸਾਰੀ ਹੀ ਜੰਗ, ਸਾਰਾ ਸੰਘਰਸ਼ ਜਿਹੜਾ ਉਹ ਜਾਤ ਪਾਤ ਦੇ ਖਿਲਾਫ ਲੜਿਆ ਹੋਵੇ, ਉਹਨਾਂ ਦੀ ਛਾਤੀ ਦੇ ਵਿੱਚੋਂ ਹੀ ਜਨੇਊ ਪ੍ਰਗਟ ਕਰ ਦਿੱਤਾ ਗਿਆ। ਅੱਜ ਉਹਨਾਂ ਨੂੰ ਬ੍ਰਾਹਮਣ ਦੇ ਉਪਾਸ਼ਕ ਬਣਾਇਆ ਗਿਆ। ਦੇਖੋ ਹਾਲਾਤ ਕੈਸੇ ਬਣ ਗਏ ਨੇ। ਜੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਮੱਥੇ 'ਤੇ ਤਿਲਕ ਲਾਇਆ ਜਾਂਦਾ, ਜੇ ਕਿਉਂਕਿ ਉਹ ਤਿਲਕ ਦਾ ਖੰਡਨ ਕਰਦੇ ਸੀ, ਜੇ ਉਹਨਾਂ ਦੇ ਮੱਥੇ 'ਤੇ ਤਿਲਕ ਲਾਇਆ ਜਾਂਦਾ ਅਤੇ ਸਮਾਜ ਉਹਨੂੰ ਪ੍ਰਵਾਨ ਕਰਦਾ, ਪਰ ਜੇ ਉਸ ਤਸਵੀਰ ਦੇ ਵਿੱਚ ਉਹਨਾਂ ਦੇ ਸਿਰ 'ਤੇ ਦਸਤਾਰ ਸਜਾਈ ਜਾਂਦੀ ਹੈ ਅਤੇ ਸਮਾਜ ਉਹਦੇ ਵਿਰੋਧ 'ਚ ਹੁੰਦਾ। ਇੱਥੇ ਸਾਨੂੰ ਪਤਾ ਲੱਗਦਾ ਵੀ RSS ਆਪਣੀ ਸੋਚ ਦੇ ਵਿੱਚ ਕਾਮਯਾਬ ਹੋਈ ਹੈ। ਔਰ ਕੇਵਲ ਭਗਤ ਰਵਿਦਾਸ ਜੀ ਦੀ ਗੱਲ ਨਹੀਂ, ਉਸ ਤੋਂ ਬਾਅਦ ਗੁਰੂ ਸਾਹਿਬਾਨਾਂ ਦੀ ਗੱਲ ਲੈ ਲਓ। ਗੁਰੂ ਸਾਹਿਬਾਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਿਪਰਵਾਦ ਦੇ ਉਪਾਸ਼ਕ ਸਾਬਤ ਕਰਨ ਦੀ ਕੋਸ਼ਿਸ਼ ਵੱਖ-ਵੱਖ ਸਮਿਆਂ 'ਤੇ ਹੋਈ ਹੈ ਔਰ ਗੁਰਸਿੱਖਾਂ ਨੂੰ ਵੀ ਸਾਬਤ ਕਰਨ ਦੀ ਕੋਸ਼ਿਸ਼ ਹੋਈ ਹੈ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਇੱਕ ਸਿੱਖ ਜਰਨੈਲ ਵਜੋਂ RSS ਨੂੰ ਪ੍ਰਵਾਨਿਤ ਨਹੀਂ। ਇਸੇ ਕਰਕੇ ਇਹਨਾਂ ਦੇ ਸਮਾਗਮਾਂ ਦੇ ਵਿੱਚ ਉਹਨਾਂ ਨੂੰ ਵੈਰਾਗੀ ਵਜੋਂ ਪ੍ਰਚਾਰਿਆ ਜਾਂਦਾ ਹੈ, ਵੀਰ ਬੰਦਾ ਬੈਰਾਗੀ। ਔਰ ਇਹਨਾਂ ਨੇ ਸਾਹਿਤ ਵੀ ਇਸ ਦੇ ਉੱਤੇ ਲਿਖਿਆ ਹੈ। ਉਹ ਸਿੱਖ ਕੌਮ ਦੀ ਇਹ ਤਰਾਸਦੀ ਰਹੀ ਹੈ ਵੀ ਸਿੱਖ ਕੌਮ ਇਤਿਹਾਸ ਤੋਂ ਟੁੱਟੀ ਹੋਈ ਹੈ। ਅਸੀਂ ਇਤਿਹਾਸ ਪੜ੍ਹਨ ਦੇ ਵਿੱਚ ਰੁਚੀ ਪ੍ਰਗਟ ਨਹੀਂ ਕਰਦੇ, ਸਾਨੂੰ ਕਿਤਾਬ ਲੈ ਕੇ ਪੜ੍ਹਨੀ ਬੜੀ ਔਖੀ ਲੱਗਦੀ ਹੈ। ਅਤੇ RSS ਨੇ ਲਗਾਤਾਰ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਮਿਥਿਹਾਸ ਨੂੰ ਸੱਚ ਬਣਾਇਆ ਅਤੇ ਸਿੱਖਾਂ ਦੇ ਵਿੱਚ ਇੰਨਾ ਨਿਘਾਰ ਹੋ ਗਿਆ ਕਿ ਅਸੀਂ ਆਪਣੇ ਇਤਿਹਾਸ ਨੂੰ ਮਿਥਿਹਾਸ ਬਣਾਉਣ ਦੇ ਉੱਤੇ ਲੱਗੇ ਹੋਏ ਹਾਂ। ਅੱਜ ਸਾਡੇ ਪ੍ਰਚਾਰਕ ਆਪਣੇ ਹੀ ਸ਼ਾਨਾਮਤੀ ਇਤਿਹਾਸ ਦੇ ਉੱਤੇ ਕਿੰਤੂ ਕਰਕੇ ਉਹਨੂੰ ਝੁਠਲਾਉਂਦੇ ਨੇ ਅਤੇ ਉਹਨਾਂ ਦੇ ਪ੍ਰਚਾਰਕ ਉਹਨਾਂ ਦੇ ਮਿਥਿਹਾਸ ਨੂੰ ਸੱਚ ਸਾਬਤ ਕਰਨ ਲਈ ਪੂਰਾ ਜ਼ੋਰ ਲਾ ਰਹੇ ਨੇ। ਸੋ ਸਾਡੇ ਵਿੱਚ ਇਹ ਨਿਗਾਰ ਆਇਆ, ਇਹ ਵੱਡਾ ਫਰਕ ਹੈ। ਸਰਦਾਰ ਅਮਰੀਕ ਸਿੰਘ ਬੱਲੋਵਾਲ ਨੇ ਦੱਸਿਆ ਕਿ ਕਿਵੇਂ ਭਗਤ ਰਵਿਦਾਸ ਜੀ ਹੁਣਾਂ ਦੀ ਜਿਹੜੀ ਤਸਵੀਰ ਆ, ਬੇਸ਼ੱਕ ਸਿੱਖ ਤਸਵੀਰਾਂ ਨੂੰ ਮਾਨਤਾ ਨਹੀਂ ਦਿੰਦਾ, ਪਰ ਜਿਹੜੀਆਂ ਕਲਪਤ ਤਸਵੀਰਾਂ ਪ੍ਰਚਾਰੀਆਂ ਜਾਂਦੀਆਂ, ਉਹਨਾਂ ਦੇ ਜਿਹੜੇ ਰੂਪ ਦਰਸਾਏ ਜਾਂਦੇ ਆ, ਉਹਦੀ ਪਿਛਲੀ ਮਨੋਦਸ਼ਾ ਵੀ ਇਹਨਾਂ ਨੇ ਦੱਸੀ ਆ।
ਆਪਾਂ ਸਾਰੇ ਜਾਣਦੇ ਹਾਂ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ 400 ਸਾਲਾ ਗੁਰਪੁਰਬ ਆ ਰਿਹਾ। ਉਹਨਾਂ ਦੇ ਨਾਲ ਸ਼ਹੀਦ ਹੋਣ ਵਾਲੇ ਸਿੱਖ ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ, ਜਿਨ੍ਹਾਂ ਨੇ ਸ਼ਹੀਦ ਹੋਣ ਵੇਲੇ ਆਪਣਾ ਮੁੱਖ ਗੁਰੂ ਵੱਲ ਰੱਖਿਆ ਹੋਵੇ, ਅਤੇ ਜਿਹਦਾ ਮੁੱਖ ਗੁਰੂ ਵੱਲ ਹੋਵੇ ਉਸ ਨੂੰ ਗੁਰਮੁਖ ਕਿਹਾ ਜਾਂਦਾ। ਅਜਿਹੇ ਗੁਰਮੁਖਾਂ ਨੂੰ ਵੀ RSS ਦੀ ਜਿਹੜੀ ਵਿਚਾਰਧਾਰਕ ਸਿੱਖਾਂ ਨਾਲ ਕਹਿ ਲਓ ਟਕਰਾਅ ਆ, ਉਹਦੇ ਵਿੱਚੋਂ ਇਹ ਗੱਲ ਪੈਦਾ ਹੁੰਦੀ ਆ ਕਿ ਉਹ ਸਾਡੇ ਇਹਨਾਂ ਮਹਾਨ ਸ਼ਹੀਦਾਂ ਨੂੰ, ਸਾਡੇ ਸੂਰਬੀਰਾਂ ਨੂੰ, ਸਾਡੇ ਸ਼ਹੀਦੀ ਕੌਮ ਦੇ ਲਈ ਜਾਂ ਸਿੱਖੀ ਲਈ, ਮਨੁੱਖਤਾ ਲਈ ਸ਼ਹੀਦੀ ਪਾਉਣ ਵਾਲਿਆਂ ਨੂੰ ਇਹ ਹਿੰਦੂ ਸਾਬਤ ਕਰਨ ਲਈ ਤੁਰੇ ਹੋਏ ਆ। ਇਹਦੇ ਪਿੱਛੇ ਕੀ ਸੋਚਦੇ ਹੋ ਕਿ ਕੀ ਗੱਲ ਕੰਮ ਕਰਦੀ ਆ? ਕੀ ਕੋਈ ਜਜ਼ਬ ਕਰਨ ਦਾ ਨਿਹਚਾ ਜਾਂ ਕੋਈ ਖਤਮ ਕਰਨ ਦਾ? ਇਸ ਦੀ ਮਨੋਦਸ਼ਾ ਨੂੰ ਤੁਸੀਂ ਸਮਝਣਾ ਹੋਵੇ ਜਾਂ ਸਮਝਾਉਣਾ ਹੋਵੇ ਤਾਂ ਕੀ ਸੋਚਦੇ ਹੋ ਜਦੋਂ ਅਜਿਹੀਆਂ ਹਰਕਤਾਂ RSS ਕਰਦੀ ਆ? ਸਰਦਾਰ ਪਵਲਪ੍ਰੀਤ ਸਿੰਘ ਜੀ, ਕੇਵਲ ਗੁਰਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਹੋ ਰਹੀ, ਸਮੁੱਚੀ ਸਿੱਖ ਕੌਮ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਗੁਰੂ ਸਾਹਿਬਾਨਾਂ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਔਰ ਇਹ ਗਿਣੀ ਮਿੱਥੀ ਸਾਜ਼ਿਸ਼ ਅਧੀਨ ਕੀਤਾ ਜਾ ਰਿਹਾ। ਔਰ ਇੱਥੇ ਵੀ ਇਹਨਾਂ ਦੇ ਦੋਹਰੇ ਮਾਪਦੰਡ ਨੇ। ਜਿਹੜੇ ਗੁਰਸਿੱਖ ਗੁਰੂ ਨੂੰ ਪਰਨਾਏ ਹੋਏ ਨੇ, ਜਿਨ੍ਹਾਂ ਦੇ ਦਾਦੇ ਪੜਦਾਦੇ ਗੁਰੂ ਘਰ ਦੇ ਨਾਲ ਜੁੜੇ ਹੋਏ ਸੀ ਔਰ ਗੁਰੂ ਸਾਹਿਬਾਨਾਂ ਦੀ ਸੰਗਤ ਕਰਦੇ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਸਿੱਖਾਂ ਨੂੰ ਸ਼ਸਤਰ ਧਾਰੀ ਕੀਤਾ ਹੈ, ਉਸ ਵੇਲੇ ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ, ਕਿਉਂਕਿ ਦੋਵੇਂ ਭਰਾ ਸਨ, ਇਹਨਾਂ ਦੇ ਜਿਹੜੇ ਬਜ਼ੁਰਗ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਦੇ ਵਿੱਚ ਸੇਵਾ ਨਿਭਾਉਂਦੇ ਰਹੇ ਆ। ਇੰਨੀਆਂ ਪੀੜ੍ਹੀਆਂ ਤੋਂ ਗੁਰਸਿੱਖੀ ਨੂੰ ਅਡੋਪਟ ਕਰਨ ਵਾਲੇ ਗੁਰਸਿੱਖਾਂ ਨੂੰ ਅੱਜ ਇਹ ਹਿੰਦੂ ਕਿਉਂ ਕਹਿ ਰਹੇ ਨੇ? ਕਿਉਂਕਿ ਜਨਮ ਸਿਧਾਂਤ ਨੂੰ ਛੱਡਣਾ ਹੀ ਨਹੀਂ ਚਾਹੁੰਦੇ। ਅਸੀਂ ਕਰਮ ਸਿਧਾਂਤ ਨੂੰ ਫੋਲੋ ਕਰਦੇ ਹਾਂ, ਅਸੀਂ ਜਨਮ ਸਿਧਾਂਤ ਨੂੰ ਨਹੀਂ ਮੰਨਦੇ। ਜਨਮ ਕਿਸੇ ਦਾ ਵੀ ਕਿਸੇ ਵੀ ਪਰਿਵਾਰ 'ਚ ਹੋ ਸਕਦਾ, ਜਨਮ ਲੈਣਾ ਬੰਦੇ ਦੇ ਵੱਸ ਦੀ ਗੱਲ ਨਹੀਂ। ਪਰ ਜ਼ਿੰਦਗੀ ਪ੍ਰਾਪਤ ਕਰਨ ਤੋਂ ਬਾਅਦ ਬੰਦਾ ਕਿੱਥੇ ਆਪਣੀ ਜ਼ਿੰਦਗੀ ਬਤੀਤ ਕਰਦਾ, ਕਿਸ ਆਈਡੀਓਲੋਜੀ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰਦਾ ਔਰ ਕਿਸ ਆਈਡੀਓਲੋਜੀ ਦੇ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਦਾ, ਇਹ ਇਨਸਾਨ ਦੇ ਹੱਥ ਹੈ। ਅਤੇ ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਹੋਣਾ ਨੇ ਆਪਣੀ ਜ਼ਿੰਦਗੀ ਨੂੰ ਗੁਰੂ ਸਾਹਿਬ ਦੇ ਲੇਖੇ ਲਾਇਆ। ਉਹਨਾਂ ਨੇ ਗੁਰੂ ਸਾਹਿਬ ਦੇ ਵਿੱਚ ਆਪਣੀ ਅਥਾਹ ਸ਼ਰਧਾ ਵਿਅਕਤ ਕੀਤੀ ਔਰ ਗੁਰੂ ਸਾਹਿਬ ਤੋਂ ਉਹਨਾਂ ਨੇ ਆਪਣਾ ਜਾਨ ਕੁਰਬਾਨ ਕਰ ਦਿੱਤੀ। ਉਹਨਾਂ ਨੂੰ ਇਹ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਇੱਥੇ ਹੀ ਜੇ ਇਹਨਾਂ ਨੂੰ ਇਹ ਸਵਾਲ ਕਰ ਲਿਆ ਜਾਵੇ, ਕਿਉਂਕਿ ਭਾਈ ਮਤੀ ਦਾਸ, ਭਾਈ ਸਤੀ ਦਾਸ, ਇਹਨਾਂ ਗੁਰਸਿੱਖਾਂ ਨੇ ਤੇ ਗੁਰੂ ਘਰ ਨੂੰ ਅਪਣਾਇਆ, ਗੁਰੂ ਸਾਹਿਬਾਨਾਂ ਨੂੰ ਅਪਣਾਇਆ ਔਰ ਉਹਨਾਂ ਨੂੰ ਆਪਣਾ ਗੁਰੂ ਧਾਰਿਆ। ਪਰ ਦੂਜੇ ਪਾਸੇ ਉਹ ਲੋਕ ਵੀ ਨੇ, ਜਿਵੇਂ ਹੁਣ ਚੰਦੂ ਦੀ ਐਗਜ਼ਾਮਪਲ ਲੈ ਲਈਏ, ਗੰਗੂ ਦੀ ਲੈ ਲਈਏ, ਫਿਰ ਆਪਾਂ ਸੁੱਚਾਨੰਦ ਦੀ ਲੈ ਲਈਏ, ਲਖਪਤ ਰਾਏ, ਜਸਪਤ ਰਾਏ ਦੀ ਲੈ ਲਈਏ। ਉਹ ਲੋਕ ਜਿਨ੍ਹਾਂ ਨੇ ਸਭ ਤੋਂ ਵੱਡਾ ਸਿੱਖ ਕੌਮ ਦਾ ਘਾਣ ਕੀਤਾ। ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦੇ ਪਿੱਛੇ ਕੌਣ ਜ਼ਿੰਮੇਵਾਰ ਸੀ? ਇੱਕ ਬ੍ਰਾਹਮਣ ਜ਼ਿੰਮੇਵਾਰ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਹੈ, ਉੱਥੇ ਕੌਣ ਜ਼ਿੰਮੇਵਾਰ ਸੀ? ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਅਤੇ ਸੁੱਚਾਨੰਦ ਕੌਣ ਸੀ? ਲਖਪਤ ਰਾਏ ਅਤੇ ਜਸਪਤ ਰਾਏ ਕੌਣ ਸੀ ਜਿਨ੍ਹਾਂ ਦੇ ਕਰਕੇ ਘੱਲੂਘਾਰਾ ਹੋਇਆ ਸਿੱਖ ਕੌਮ ਦਾ? ਸੋ ਉਹਨਾਂ ਨੂੰ ਇਹ ਅਪਣਾਉਣਾ ਨਹੀਂ ਚਾਹੁੰਦੇ, ਜਦ ਕਿ ਜਿਹੜੇ ਮਤੀ ਦਾਸ ਅਤੇ ਸਤੀ ਦਾਸ ਨੂੰ ਇਹ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਦੀਆਂ ਪੀੜ੍ਹੀਆਂ ਜਿਹੜੀਆਂ ਉਹ ਗੁਰਸਿੱਖੀ ਨੂੰ ਅਤੇ ਗੁਰਸਿੱਖੀ ਸਿਧਾਂਤਾਂ ਨੂੰ ਪਰਨਾਈਆਂ ਹੋਈਆਂ ਸੀ। ਅਤੇ ਦੂਜੇ ਪਾਸੇ ਉਹ ਲੋਕ ਜਿਨ੍ਹਾਂ ਨੇ ਗੁਰੂ ਘਰ ਦੇ ਪਿੱਠ 'ਚ ਛੁਰਾ ਮਾਰਿਆ ਔਰ ਗੁਰੂ ਘਰ ਦੇ ਨਾਲ ਧਰੋ ਕਮਾਇਆ, ਜਿਵੇਂ ਗੰਗੂ ਹੋਇਆ, ਚੰਦੂ ਹੋਇਆ, ਲਖਪਤ ਰਾਏ, ਜਸਪਤ ਰਾਇਆ ਹੋਇਆ, ਸੁੱਚਾਨੰਦ ਹੋਇਆ, ਉਹ ਪਿਓਰ ਬ੍ਰਾਹਮਣ ਸੀ। ਉਹ ਪਿਓਰ ਬ੍ਰਾਹਮਣੀਕਲ ਸਿਸਟਮ ਨੂੰ ਅਡੋਪਟ ਕੀਤੇ ਹੋਏ ਸੀ। ਉਹਨਾਂ ਦਾ ਗੁਰੂ ਘਰ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਸੀ। ਉਹ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਵਰਨ ਵਿਵਸਥਾ ਨੂੰ ਅਡੋਪਟ ਕਰ ਚੁੱਕੇ ਸੀ ਔਰ ਇਹਨਾਂ ਦੇ ਹੀ ਕਰਮਕਾਂਡਾਂ ਨੂੰ ਉਹ ਫੋਲੋ ਕਰਦੇ ਸੀ। ਉਹਨਾਂ ਨੂੰ ਇਹ ਕਦੇ ਸਵੀਕਾਰਦੇ ਨਹੀਂ। ਜੇ ਮਤੀ ਦਾਸ, ਸਤੀ ਦਾਸ ਨੂੰ ਸਵੀਕਾਰਦੇ ਨੇ ਤਾਂ ਫਿਰ ਉਹਨਾਂ ਨੂੰ ਵੀ ਸਵੀਕਾਰਨਾ ਚਾਹੀਦਾ, ਜਿਨ੍ਹਾਂ ਨੇ ਸਿੱਖ ਕੌਮ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ। ਔਰ ਇੱਕ ਗੱਲ ਮੈਂ ਇੱਥੇ ਤੁਹਾਡੇ ਮਾਧਿਅਮ ਤੋਂ ਕਹਿਣਾ ਚਾਹੁੰਦਾ ਵੀ ਜਿਹੜਾ ਹਿੰਦੂ ਰਾਸ਼ਟਰ ਦਾ ਕੰਸੈਪਟ ਹੈ ਜਾਂ ਬ੍ਰਾਹਮਣ ਦਾ ਸਰਦਾਰੀ ਸਥਾਪਿਤ ਕਰਨ ਦਾ ਕੰਸੈਪਟ ਹੈ, ਇਹਦੀ ਮੌਤ ਅਤੇ ਇਹਦਾ ਅੰਤ ਕਨਵਰਜਨ ਦੇ ਵਿੱਚ ਹੈ। ਇਹਨਾਂ ਨੂੰ ਸਭ ਤੋਂ ਵੱਡਾ ਡਰ ਇਹੀ ਸਤਾ ਰਿਹਾ ਹੈ ਵੀ ਜੇ ਸਮਾਜ ਸਿੱਖ ਕੌਮ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਦੇ ਵਿੱਚ ਸ਼ਮੂਲੀਅਤ ਕਰ ਗਿਆ, ਉੱਥੇ ਅਸੀਂ ਖਤਮ ਹੋ ਜਾਵਾਂਗੇ। ਇਹ ਕਨਵਰਜਨ ਤੋਂ ਮਰਨਗੇ, ਉੱਦਾਂ ਨਹੀਂ ਮਰ ਸਕਦੇ। ਉੱਦਾਂ ਤੁਸੀਂ ਲੱਖ ਬਿਆਨ RSS ਦੇ ਖਿਲਾਫ ਦੇਈ ਚਲੋ, ਬ੍ਰਾਹਮਣਾਂ ਦੇ ਖਿਲਾਫ ਦੇਈ ਚਲੋ, ਤੁਸੀਂ ਸੰਘਰਸ਼ ਦੇ ਵਿਗਲ ਵਜਾਈ ਚਲੋ, ਜਿੰਨਾ ਚਿਰ ਤੁਸੀਂ ਸਮਾਜ ਨੂੰ ਗੁਰੂ ਸਾਹਿਬਾਨਾਂ ਦੀ ਸੋਚ ਤੋਂ ਵਾਕਫ ਨਹੀਂ ਕਰਾਉਂਦੇ ਔਰ ਗੁਰੂ ਸਾਹਿਬਾਨਾਂ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਦੱਬੇ ਕੁਚਲੇ ਲੋਕ ਖਾਲਸਾ ਪੰਥ 'ਚ ਸ਼ਮੂਲੀਅਤ ਨਹੀਂ ਕਰਦੇ, ਉਨਾ ਸਮਾਂ ਤੁਸੀਂ ਇਸ ਫਨੀਅਰ ਨਾਗ ਦਾ ਸਿਰ ਨਹੀਂ ਕੁਚਲ ਸਕਦੇ। ਇਹਦਾ ਸਿਰ ਉਦੋਂ ਹੀ ਕੁਚਲਿਆ ਜਾਊਗਾ ਜਦੋਂ ਤੁਸੀਂ ਲੋਕਾਂ ਨੂੰ ਸਿੱਖੀ ਦੇ ਵਿੱਚ ਲੈ ਕੇ ਆਓਗੇ। ਜਦੋਂ ਲੋਕ ਸਿੱਖੀ ਦੇ ਵਿੱਚ ਆ ਗਏ, ਉਹ ਫਿਰ ਤਲਵਾਰਾਂ ਧਾਰਨ ਕਰਕੇ ਇਹਨਾਂ ਦੇ ਖਿਲਾਫ ਜੰਗ ਦਾ ਬਿਗਲ ਵਜਾ ਦੇਣਗੇ। ਫਿਰ ਇਹ ਹੋਂਦ ਆਪਣੀ ਬਰਕਰਾਰ ਨਹੀਂ ਰੱਖ ਸਕਦੇ। ਜਿਵੇਂ ਕਿ ਸਰਦਾਰ ਅਮਰੀਕ ਸਿੰਘ ਬੱਲੋਵਾਲ ਦੱਸ ਰਹੇ ਆ ਕਿ
ਜਿਹੜੇ ਇਤਿਹਾਸ ਦੇ ਜਿਹੜੇ ਪਾਤਰਾਂ ਨੇ ਸਿੱਖੀ ਦਾ ਨੁਕਸਾਨ ਕੀਤਾ। ਅਤੇ ਇਹ ਜਿਹੜੇ ਸਾਡੇ ਸ਼ਾਨਾਮਤੀ ਪਾਤਰ ਨੇ ਇਤਿਹਾਸ ਦੇ, ਉਹਨਾਂ ਨੂੰ ਤਾਂ ਹਿੰਦੂ ਸਾਬਤ ਕਰਨ ਤੁਰੇ ਹੋਏ ਆ। ਇਹਦੇ ਨਾਲ ਹੀ ਸਾਡੇ ਸੁਣਨ ਵਾਲਿਆਂ ਤੱਕ ਦੱਸ ਦਈਏ ਕਿ ਤਰਨਤਾਰਨ ਦੀ ਧਰਤੀ ਉੱਤੇ ਭਾਜਪਾ ਦੀ ਆਗੂ ਸੁਸ਼ਮਾ ਸਵਰਾਜ ਨੇ ਸਪੀਚ ਕਰਦਿਆਂ ਕਿਹਾ ਸੀ ਕਿ ਚੰਦੂ ਦਾ ਬਹੁਤਾ ਕਸੂਰ ਨਹੀਂ ਸੀ। ਇਹ ਆਪਣੇ ਪਾਤਰਾਂ ਨੂੰ ਇੰਜ ਗਲ ਲਾ ਕੇ ਰੱਖਦੇ ਆ। ਜਿਹੜੀ ਗੱਲ ਸਰਦਾਰ ਅਮਰੀਕ ਸਿੰਘ ਕਹਿ ਰਿਹਾ ਕਿ ਕਨਵਰਜ਼ਨ ਦੀ, ਅਸੀਂ ਇਸ ਗੱਲ ਨੂੰ ਕੋਈ ਖੋਲ੍ਹ ਕੇ ਹੋਰ ਵਧੇਰੇ ਪੁੱਛਣਾ ਚਾਹੁੰਦੇ ਹਾਂ। ਹੋ ਸਕਦਾ ਤੁਹਾਡੀ ਕਨਵਰਜ਼ਨ ਵਾਲੇ ਵਿਚਾਰ ਨੂੰ ਇੱਦਾਂ ਮੰਨ ਲਿਆ ਜਾਵੇ, ਤੁਸੀਂ ਖਾਲਸਾ ਲਫ਼ਜ਼ ਵਰਤਿਆ, ਖਾਲਸਾ ਤੇਗਧਾਰੀ ਆ, ਇਸ ਗੱਲ ਨੂੰ ਉਹ ਕੋਈ ਇੰਜ ਵੀ ਪ੍ਰਚਾਰਿਆ ਜਾ ਸਕਦਾ ਸਾਡੀ ਗੱਲਬਾਤ 'ਚੋਂ ਕਿ ਸ਼ਾਇਦ ਤੇਗ ਦੇ ਜ਼ੋਰ ਦੇ ਨਾਲ ਕਨਵਰਜ਼ਨ ਜਿਹੜਾ ਸਿੱਖੀ ਦੇ ਵਿੱਚ ਕਿਸੇ ਹੋਰ ਦਾ ਆਉਣਾ, ਉਹਦੇ ਅਸੂਲ ਕੀ ਨੇ? ਕੀ ਕੋਈ ਲਾਲਚ ਆ ਜਿਵੇਂ ਕਿ ਈਸਾਈ ਕਰਦੇ ਆ, ਕਿ ਜਾਂ ਕੋਈ ਖੁਸ਼ਬੋਈ ਆ? ਕੀ ਮਰ ਗਿਆ ਜੀ ਸਿੱਖੀ 'ਚ? ਜੇ ਕੋਈ ਦੱਬਾ ਕੁਚਲਾ ਆਉਣਾ ਚਾਹਵੇ ਤੇ ਉਹਦੇ ਲਈ ਦਰਵਾਜ਼ੇ ਕਿਵੇਂ ਖੁੱਲ੍ਹੇ ਆ, ਅਤੇ ਮਰ ਕੀ ਆ? ਜੇ ਸਾਨੂੰ ਅਜਿਹੇ, ਮੈਂ ਆਸ ਕਰਦਾ ਕੁਝ ਅਜਿਹੇ ਲੋਕ ਵੀ ਸਾਨੂੰ ਸੁਣ ਰਹੇ ਹੋਣ ਜਿਨ੍ਹਾਂ ਦਾ ਸਿੱਖੀ ਪ੍ਰਤੀ ਪੋਜ਼ਿਟਿਵਿਟੀ ਰੱਖਦੇ ਹੋਣ, ਅਤੇ ਉਹ ਕਿਵੇਂ ਅੱਗੇ ਕਦਮ ਵਧਾਉਣ, ਕਿਵੇਂ ਤੁਹਾਡੇ ਦਰਾਂ ਵੱਲੋਂ ਆਉਣ ਸਿੱਖੀ ਵੱਲੋਂ। ਵੇਖੋ ਸਰਦਾਰ ਪਪਲਪ੍ਰੀਤ ਸਿੰਘ ਜੀ, ਜਿਹੜਾ ਤੇਗ ਦਾ ਕਨਵਰਜਨ ਆ, ਉਹਨੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਹੀ ਖੰਡ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇਸ ਗੱਲ ਦੀ ਪ੍ਰਤੱਖ ਐਗਜ਼ਾਮਪਲ ਹੈ ਵੀ ਅਸੀਂ ਤੇਗ ਦੇ ਕਨਵਰਜਨ ਨੂੰ ਪ੍ਰਵਾਨ ਨਹੀਂ ਕਰਦੇ। ਅਸੀਂ ਕਿਸ ਕਨਵਰਜਨ ਨੂੰ ਪ੍ਰਵਾਨ ਕਰਦੇ ਹਾਂ? ਜਿਹੜਾ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਅਪਣਾਇਆ। ਗੁਰੂ ਨਾਨਕ ਪਾਤਸ਼ਾਹ ਨੇ 4 ਉਦਾਸੀਆਂ ਕੀਤੀਆਂ, ਚਾਰੇ ਦਿਸ਼ਾਵਾਂ ਦੇ ਵਿੱਚ ਜਾ ਕੇ ਬਰਾਬਰਤਾ ਦਾ ਪ੍ਰਚਾਰ ਕੀਤਾ। ਉਹਨਾਂ ਨੇ ਗੋਸ਼ਟੀਆਂ ਕੀਤੀਆਂ, ਸਿੱਧਾਂ ਦੇ ਨਾਲ ਗੋਸ਼ਟੀਆਂ ਕੀਤੀਆਂ। ਉਹ ਲੋਕ ਜਿਹੜੇ ਪਰਬਤਾਂ ਦੇ ਉੱਤੇ ਜਾ ਕੇ ਬਹਿ ਗਏ ਸੀ, ਜਿਹੜੇ ਆਪਣੇ ਪਰਿਵਾਰ ਨੂੰ ਛੱਡ ਕੇ ਪਰਬਤਾਂ ਨੂੰ ਆਪਣਾ ਘਰ ਬਣਾ ਕੇ ਬਹਿ ਗਏ ਸੀ, ਜੋਗੀਆਂ ਨੂੰ ਉਹਨਾਂ ਨੇ ਗੋਸ਼ਟੀਆਂ ਕੀਤੀਆਂ, ਸਿੱਧਾਂ ਦੇ ਨਾਲ ਗੋਸ਼ਟੀਆਂ ਕੀਤੀਆਂ। ਗੋਸ਼ਟੀਆਂ ਕਰਕੇ ਉਹਨਾਂ ਦੀ ਵਿਚਾਰਧਾਰਾ ਦੇ ਵਿੱਚ ਪਰਿਵਰਤਨ ਲੈ ਕੇ ਆਂਦਾ। ਔਰ ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਸਾਜਿਆ, ਦੇਖੋ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਅਸੀਂ ਪ੍ਰਚਾਰ ਕਰਕੇ ਸਮਾਜ ਦੀ ਸੋਚ ਨੂੰ ਬਦਲਣ ਦਾ ਯਤਨ ਕੀਤਾ। ਗੁਰੂ ਅਰਜਨ ਪਾਤਸ਼ਾਹ ਨੇ ਵੀ ਬਾਣੀ ਦਾ ਪ੍ਰਚਾਰ ਕਰਕੇ, ਗੁਰਸਿੱਖਾਂ ਦੇ ਵਿੱਚ ਬਰਾਬਰਤਾ ਦਾ ਪ੍ਰਚਾਰ ਕਰਕੇ ਉਹਨਾਂ ਦੀ ਸੋਚ ਦੀ ਤਬਦੀਲੀ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਜਦੋਂ ਕਲਗੀਧਰ ਪਾਤਸ਼ਾਹ ਨੇ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਖਾਲਸਾ ਪੰਥ ਸਾਜਿਆ, ਉਹਨਾਂ ਨੇ ਕੋਈ ਤੇਗ ਉਠਾ ਕੇ ਧਮਕੀ ਨਹੀਂ ਸੀ ਦਿੱਤੀ। ਉਹਨਾਂ ਨੇ ਇੱਕ ਆਵਾਜ਼ਾਂ ਮਾਰਿਆ ਸੀ ਸਮੁੱਚੀ ਕੌਮ ਨੂੰ ਔਰ ਸਮੁੱਚੇ ਭਾਰਤ ਨੂੰ ਮਾਰਿਆ ਸੀ ਵੀ ਮੈਂ ਇੱਕ ਇਕੱਠ ਕਰਨ ਜਾ ਰਿਹਾ, ਉਸ ਇਕੱਠ 'ਚ ਸ਼ਾਮਲ ਹੋਵੋ। ਅਤੇ ਕਿੱਥੋਂ ਕਿੱਥੋਂ ਸ਼ਾਮਲ ਹੋਏ। ਇਕੱਲੇ ਜਿਹੜੇ 5 ਪਿਆਰੇ ਸਾਜੇ ਗਏ, ਉਹ ਕੇਵਲ ਪੰਜਾਬ ਦੇ ਨਾਲ ਸੰਬੰਧ ਨਹੀਂ ਸੀ ਰੱਖਦੇ, ਉਹ ਵੱਖਰੀਆਂ ਵੱਖਰੀਆਂ ਸਟੇਟਾਂ ਨਾਲ ਸੰਬੰਧ ਰੱਖਦੇ ਸੀ, ਵੱਖਰੇ ਵੱਖਰੇ ਫਿਰਕਿਆਂ, ਵੱਖਰੇ ਵੱਖਰੇ ਧਰਮਾਂ ਨਾਲ ਸੰਬੰਧ ਰੱਖਦੇ ਸੀ। ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਇੱਕ ਆਵਾਜ਼ ਦੇ ਉੱਤੇ ਇਸੇ ਕਰਕੇ ਕੇਸਗੜ੍ਹ ਸਾਹਿਬ ਮੀਲਾਂ ਲੰਮਾ ਪੈਂਡਾ ਤੈਅ ਕਰਕੇ ਆ ਗਏ, ਕਿਉਂਕਿ ਉਹਦੇ ਪਿੱਛੇ ਗੁਰੂ ਨਾਨਕ ਸਾਹਿਬ ਅਤੇ 9 ਪਾਤਸ਼ਾਹੀਆਂ ਦਾ ਜਿਹੜਾ ਪ੍ਰਚਾਰ ਹੈ, ਸਿਧਾਂਤਕ ਪ੍ਰਚਾਰ ਹੈ, ਬਰਾਬਰਤਾ ਦਾ ਪ੍ਰਚਾਰ ਹੈ, ਜਿਹੜਾ ਹਮ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ, ਉਹ ਜਿਹੜਾ ਸਿਧਾਂਤ ਕੰਮ ਕਰਦਾ, ਉਸ ਸਿਧਾਂਤ ਨੂੰ ਉਹਨਾਂ ਨੇ ਪਸੰਦ ਕੀਤਾ। ਔਰ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਗੁਰੂ ਘਰ ਦੇ ਵਿੱਚ ਸਾਨੂੰ ਬਰਾਬਰਤਾ ਮਿਲ ਸਕਦੀ ਹੈ। ਅਤੇ ਉਹ ਗੁਰੂ ਪਾਤਸ਼ਾਹ ਦੀ ਆਵਾਜ਼ ਦੇ ਉੱਤੇ ਕੇਸਗੜ੍ਹ ਸਾਹਿਬ ਆਏ ਅਤੇ ਉਹਨਾਂ ਨੇ ਸੀਸ ਵੀ ਭੇਂਟ ਕੀਤੇ ਔਰ ਖਾਲਸਾ ਪੰਥ ਸਾਜਿਆ ਗਿਆ। ਸੋ ਅਸੀਂ ਉਸੇ ਕਨਵਰਜਨ ਨੂੰ ਦੁਬਾਰਾ ਸੁਰਜੀਤ ਕਰਨਾ ਚਾਹੁੰਦੇ ਹਾਂ। ਬੜੀ ਤਰਾਸਦੀ ਹੈ, ਗੱਲ ਲੰਮੀ ਹੋਊਗੀ। ਮੈਂ ਪਿੱਛੇ ਜਿਹੇ ਮਹਾਰਾਸ਼ਟਰ ਗਿਆ। ਮਹਾਰਾਸ਼ਟਰ ਦੇ ਵਿੱਚ ਮੈਨੂੰ ਕੁਝ ਲੋਕ ਮਿਲੇ ਜਿਹੜੇ ਭਗਤ ਨਾਮਦੇਵ ਜੀ ਨੂੰ ਮੰਨਦੇ ਸਨ ਔਰ ਆਪਣੇ ਆਪ ਨੂੰ ਨਾਮਦੇਵ ਪੰਥੀ ਕਹਿੰਦੇ ਸੀ। ਉਹਨਾਂ ਨਾਲ ਕੁਝ ਕੁ ਮਿੰਟਾਂ ਦੀ ਗੱਲਬਾਤ ਤੋਂ ਬਾਅਦ ਮੈਨੂੰ ਅਹਿਸਾਸ ਹੋ ਗਿਆ ਕਿ ਉਹਨਾਂ ਨੂੰ ਨਹੀਂ ਪਤਾ ਕਿ ਭਗਤ ਨਾਮਦੇਵ ਜੀ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਜਦੋਂ ਮੈਂ ਇਹ ਗੱਲ ਉਹਨਾਂ ਦੇ ਨਾਲ ਖੋਲ੍ਹੀ ਔਰ ਉਹਨਾਂ ਨੂੰ ਦੱਸਿਆ ਕਿ ਭਗਤ ਨਾਮਦੇਵ ਜੀ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਔਰ ਸਿੱਖ ਕੌਮ ਦੇ ਘਰ ਦੇ ਵਿੱਚ ਖੁਸ਼ੀ ਹੋਵੇ, ਗਮੀ ਹੋਵੇ, ਅਸੀਂ ਜਨਮ ਲਈਏ ਜਾਂ ਅਸੀਂ ਸੰਸਾਰ ਤੋਂ ਜਾਈਏ, ਜਦੋਂ ਬਾਣੀ ਪੜ੍ਹੀ ਜਾਂਦੀ ਹੈ ਅਤੇ ਬੜੇ ਅਦਬ ਸਤਿਕਾਰ ਦੇ ਨਾਲ ਭਗਤ ਨਾਮਦੇਵ ਜੀ ਦੀ ਬਾਣੀ ਵੀ ਪੜ੍ਹੀ ਜਾਂਦੀ ਹੈ ਅਤੇ ਉਹਨਾਂ ਦੀਆਂ ਅੱਖਾਂ 'ਚੋਂ ਅੱਥਰੂ ਵਗ ਰਹੇ ਸੀ। ਅੱਜ ਤਰਾਸਦੀ ਇਹ ਹੈ ਕਿ 600-700 ਤੋਂ ਵੱਧ ਪ੍ਰਚਾਰਕ ਸਾਡੀ ਕੌਮ ਦੇ ਵਿੱਚ ਨੇ, ਪਰ ਸਿੱਖਾਂ ਨੂੰ ਸਿੱਖੀ ਸਿਖਾ ਰਹੇ ਨੇ। ਆਪਣੇ ਹੀ ਸ਼ਾਨਾਮਤੀ ਇਤਿਹਾਸ ਦੇ ਉੱਤੇ ਕਿੰਤੂ ਕਰਕੇ ਉਹਨੂੰ ਕੰਡੈਮ ਕਰਨ ਦਾ ਜ਼ੋਰ ਲਾਇਆ ਹੋਇਆ ਹੈ। ਅਸੀਂ ਉਹਨਾਂ ਲੋਕਾਂ ਨੂੰ ਨਾਲ ਨਹੀਂ ਜੋੜਿਆ ਜਿਨ੍ਹਾਂ ਨੂੰ ਜੋੜਨਾ ਚਾਹੀਦਾ ਸੀ। ਜੇ ਅਸੀਂ ਅੱਜ ਰਾਜ ਕਰੇਗਾ ਖਾਲਸਾ ਦਾ ਕਨਸੈਪਟ ਲਿਆ ਹੋਇਆ, ਅਸੀਂ ਦੋਹਰਾ ਪੜ੍ਹਦੇ ਹਾਂ, ਅਤੇ ਰਾਜ ਕਿਵੇਂ ਕਰਨਾ ਇਹਦਾ ਫਾਰਮੂਲਾ ਵੀ ਗੁਰੂ ਸਾਹਿਬ ਸਾਨੂੰ ਦੇ ਕੇ ਗਏ ਨੇ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੰਪਾਦਨਾ ਹੋਈ ਹੈ, ਉਹਦੇ ਵਿੱਚ ਭਗਤ ਸਾਹਿਬਾਨਾਂ ਦੀ ਬਾਣੀ ਦਰਜ ਕੀਤੀ ਗਈ। ਕੋਈ ਭਗਤ ਸਾਹਿਬਾਨ ਕਿਸੇ ਖਿੱਤੇ ਨਾਲ ਸੰਬੰਧ ਰੱਖਦਾ ਸੀ, ਕੋਈ ਭੱਟ ਸਾਹਿਬ ਕਿਸੇ ਦੇ ਖਿੱਤੇ ਦੇ ਨਾਲ ਸੰਬੰਧ ਰੱਖਦਾ ਸੀ। ਗੁਰੂ ਸਾਹਿਬ ਨੇ ਸਾਨੂੰ ਇਹ ਕਲੀਅਰ ਸੁਨੇਹਾ ਦਿੱਤਾ ਸੀ ਵੀ ਜਿਨ੍ਹਾਂ ਲੋਕਾਂ ਦੀ, ਜਿਨ੍ਹਾਂ ਮਹਾਂਪੁਰਸ਼ਾਂ ਦੀ, ਜਿਨ੍ਹਾਂ ਸਤਿਕਾਰਤ ਹਸਤੀਆਂ ਦੀ ਬਾਣੀ ਮੈਂ ਅੱਜ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰ ਚੱਲਿਆ, ਇਹਨਾਂ ਦੀ ਉਮਤ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਕੇ ਚੱਲਿਆ ਜੇ ਅਤੇ ਰਾਜ ਖਾਲਸੇ ਦਾ ਕਾਇਮ ਹੋਊਗਾ।
ਅੱਜ ਅਸੀਂ ਭਗਤ ਨਾਮਦੇਵ ਜੀ ਨੂੰ ਤਾਂ ਮੰਨਦੇ ਹਾਂ, ਪਰ ਭਗਤ ਨਾਮਦੇਵ ਜੀ ਦੇ ਜਿਹੜੇ ਫੋਲੋਅਰ ਨੇ ਉਹਨਾਂ ਦੇ ਨਾਲ ਮਹਾਰਾਸ਼ਟਰ 'ਚ ਕੀ ਕੁਝ ਹੋ ਰਿਹਾ। ਸਿੱਖ ਉਹਦੇ ਤੋਂ ਵਿਸਲੇ ਨੇ, ਉਹਨਾਂ ਨੂੰ ਘੋੜੇ 'ਤੇ ਚੜ੍ਹਨ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ ਬਰਾਤ ਦੇ ਵਿੱਚ ਸਿਰ ਨੀਵੇਂ ਕਰਕੇ ਤੁਰਨ ਦਾ ਫਰਮਾਨ ਜਾਰੀ ਕੀਤਾ ਜਾਂਦਾ। ਸਮਾਜਿਕ ਪੱਧਰ 'ਤੇ ਉਹਨਾਂ 'ਤੇ ਜ਼ੁਲਮ ਹੋ ਰਿਹਾ ਹੈ, ਅਸੀਂ ਉਹਨਾਂ ਦੀ ਬਾਂਹ ਨਹੀਂ ਫੜ ਰਹੇ। ਸਾਨੂੰ ਉਸੇ ਹੀ ਲੀਹ ਨੂੰ ਸੁਰਜੀਤ ਕਰਨਾ ਪਊਗਾ। ਜੇ ਗੁਰਸਿੱਖੀ ਬਚਾਉਣੀ ਹੈ, ਜੇ ਗੁਰੂ ਸਿੱਖੀ ਦਾ ਸਿਧਾਂਤ ਫੈਲਾਉਣਾ ਹੈ, ਤਾਂ ਗੁਰੂ ਦੇ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਵਾਲਾ ਪੈਂਡਾ ਦੁਬਾਰਾ ਤੈਅ ਕਰਨਾ ਪਊਗਾ। ਉੱਥੇ ਜਾ ਕੇ ਦੁਬਾਰਾ ਸਿੱਖੀ ਦਾ ਪ੍ਰਚਾਰ ਕਰਕੇ ਔਰ ਨਿਰਸਵਾਰਥ ਹੋ ਕੇ ਉਹਨਾਂ ਨੂੰ ਆਪਣੀ ਕਲਾਵੇ 'ਚ ਲੈਣਾ ਪਊਗਾ। ਆਪਣੀ ਕਲਾਵੇ 'ਚ ਲੈ ਕੇ ਉਹਨਾਂ ਨੂੰ ਖਾਲਸਾ ਪੰਥ ਦੇ ਵਿੱਚ ਅਦਬ ਸਤਿਕਾਰ ਦੇ ਨਾਲ ਸ਼ਮੂਲੀਅਤ ਕਰਾਉਣੀ ਪਊਗੀ। ਹੁਣ ਇੱਥੇ ਵੀ ਸਭ ਤੋਂ ਵੱਡੀ ਪ੍ਰੋਬਲਮ ਹੈ, ਅਸੀਂ ਸ਼ਮੂਲੀਅਤ ਤਾਂ ਕਰਾ ਲੈਂਦੇ ਹਾਂ, ਪਰ ਸਾਡੀ ਤਰਾਸਦੀ ਇਹ ਹੈ ਵੀ ਅਸੀਂ ਵੀ ਜਾਤ ਦੇ ਵਿੱਚ ਗਰਸੇ ਹੋਏ ਹਾਂ। ਅੱਜ ਕਿਸੇ ਉੱਚੀ ਜਾਤ ਦਾ ਸਿੱਖ ਕਿਸੇ ਨੀਵੀਂ ਜਾਤ ਵਾਲੇ ਦੀ ਪ੍ਰਧਾਨਗੀ ਗੁਰੂ ਘਰ 'ਚ ਬਰਦਾਸ਼ਤ ਨਹੀਂ ਕਰ ਪਾਉਂਦਾ। ਇਹ ਸਾਡੀ ਤਰਾਸਦੀ ਹੈ। ਅਸੀਂ ਗੁਰੂ ਦੀ ਸੋਚ ਨੂੰ ਟੁੱਟੇ ਹੋਏ ਹਾਂ, ਸਾਨੂੰ ਗੁਰੂ ਦੀ ਸੋਚ ਨੂੰ ਮੁੜ ਸੁਰਜੀਤ ਕਰਨਾ ਪਊਗਾ। ਸਿੱਖ ਫਲਸਫੇ ਦੇ ਉੱਤੇ ਗੱਲਾਂ ਹੋ ਰਹੀਆਂ, ਬੜੀਆਂ ਆਨੰਦਮਈ ਗੱਲਾਂ ਹੁੰਦੀਆਂ ਕਿ ਜਦੋਂ ਗੁਰੂ ਦੀ ਗੱਲ ਚੱਲੇ, ਸਿੱਖ ਫਲਸਫੇ ਦੀ ਗੱਲ ਚੱਲੇ। ਤਕਰੀਬਨ ਅਸੀਂ ਗੱਲਬਾਤ ਦੇ ਅੰਤ ਵੱਲ ਵੱਧ ਰਹੇ ਹਾਂ। ਗੱਲ ਇਹ ਆ ਕਿ 9ਵੇਂ ਪਾਤਸ਼ਾਹ ਜੀ ਦਾ ਗੁਰਪੁਰਬ ਆ ਰਿਹਾ, ਪ੍ਰਕਾਸ਼ ਪੁਰਬ 400 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਜਿਹੜੀ ਸ਼ਹਾਦਤ ਹੋਈ ਉਸ ਸਮੇਂ ਹੋਈ ਜਦੋਂ ਮੌਕੇ ਦਾ ਹਾਕਮ ਔਰੰਗਜ਼ੇਬ ਹਿੰਦੂਆਂ ਦੇ ਜਨੇਊ ਲਾ ਰਿਹਾ ਸੀ, ਉਹਨਾਂ ਨੂੰ ਜਬਰੀ ਹਿੰਦੂ ਬਣਾ ਰਿਹਾ ਸੀ। ਮਹਾਰਾਜ ਦੀ ਸ਼ਹਾਦਤ ਹੋਈ ਅਤੇ ਉਹ ਜਬਰਗੜ੍ਹ ਟੁੱਟ ਗਿਆ। ਉਸ ਤੋਂ ਬਾਅਦ 10ਵੇਂ ਪਾਤਸ਼ਾਹ ਜੀ ਨੇ ਖਾਲਸਾ ਸਾਜਿਆ, ਖਾਲਸੇ ਨੇ ਤੇਗਾਂ ਵਾਹੀਆਂ ਅਤੇ ਖਾਲਸਾ ਰਾਜ ਕਾਇਮ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਵਿੱਚ ਚਾਹੇ ਥੋੜ੍ਹੀ ਚਿਰ ਰਾਜ ਹੋਇਆ, ਪਰ ਇੱਕ ਵਾਰ ਸਾਬਤ ਕਰਕੇ ਉਸ ਮੁਗਲ ਰਾਜ ਦੀ ਜੜ੍ਹ ਖਾਲਸੇ ਨੇ ਪੁੱਟ ਦਿੱਤੀ। ਹੁਣ ਗੱਲ ਨੂੰ ਦੁਬਾਰੇ ਜਦੋਂ ਅਸੀਂ ਭੌਂ ਕੇ ਪਿਛਾਂਹ ਮੁੜ ਕੇ ਵੇਖਿਆ ਨਾ ਕਿ ਮਹਾਰਾਜ ਦੀ ਸ਼ਹਾਦਤ ਇਹ ਹਿੰਦੂਆਂ ਨੂੰ ਇਸ ਰੂਪ ਦੇ ਵਿੱਚ, ਹਿੰਦੂਆਂ ਦੀ ਥਾਂ 'ਤੇ ਕੋਈ ਹੋਰ ਵੀ ਹੁੰਦਾ ਤਾਂ ਗੁਰੂ ਸਾਹਿਬ ਉਹਦੇ ਲਈ ਵੀ ਖੜ੍ਹ ਜਾਂਦੇ, ਪਰ ਜਦੋਂ ਪਾਤਰ ਇੱਥੇ ਹਿੰਦੂ ਨੇ ਅਤੇ ਅੱਜ ਦੇ ਰੂਪ ਦੇ ਵਿੱਚ ਜਦੋਂ ਹਿੰਦੂਆਂ ਦੀ ਇੱਕ ਸੰਸਥਾ ਜਿਹੜੀ ਬੜੀ ਜ਼ਿੰਮੇਵਾਰ ਅਤੇ ਅਗਵਾਈ ਅਖਵਾਉਣ ਵਾਲੀ ਮੰਨੀ ਜਾਂਦੀ ਆ, ਅਤੇ ਭਾਰਤ ਵਿੱਚ ਜਿਹੜਾ ਮੌਕੇ ਦਾ ਰਾਜ ਆ ਉਸ ਦੀ ਰੀੜ੍ਹ ਦੀ ਹੱਡੀ ਵੀ ਉਹ ਆ। ਇੰਡੀਅਨ ਸਟੇਟ ਦੀ ਰੀੜ੍ਹ ਦੀ ਹੱਡੀ ਜਿਹੜੀ ਆ ਪਿਛੋਕੜ ਦੇ ਵਿੱਚ RSS ਬਣੀ ਹੋਈ ਆ। ਉਹਨਾਂ ਦੀ ਵਿਚਾਰਧਾਰਾ ਗੁਰੂ ਸਾਹਿਬਾਨਾਂ ਨੂੰ, ਸਿੱਖਾਂ ਨੂੰ, ਅਤੇ ਜਿਹੜੇ ਪੁਰਾਤਨ ਸਿੱਖ ਹੋਏ ਆ, ਸ਼ਹੀਦ ਹੋਏ ਆ, ਜਦੋਂ ਉਹਨਾਂ ਨੂੰ ਹਿੰਦੂ ਦਰਸਾਉਣ ਤੁਰਦੀ ਆ ਤਾਂ ਫਿਰ ਬੜੇ ਸਵਾਲ ਪੈਦਾ ਹੁੰਦੇ ਆ। ਸੋ ਇਹ ਜਿਹੜੇ ਸਵਾਲ ਨੇ, ਮੈਂ ਸਰਦਾਰ ਬਰੀਕ ਸਿੰਘ ਇਹੀ ਪੁੱਛਣਾ ਚਾਹੁੰਦਾ, ਜਿੰਨਾ ਕੁ ਮੈਂ ਵਿਸਥਾਰ ਕੀਤਾ, ਕਿ ਮਹਾਰਾਜ ਨੇ ਤਾਂ ਸ਼ਹਾਦਤ ਇਹਨਾਂ ਲਈ ਦਿੱਤੀ ਅਤੇ ਇਹ ਕਿਹੜੇ ਰਾਹ ਤੁਰ ਪਿਆ? ਵੇਖੋ, ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਨਾਂ ਦੇ ਜਨੇਊ ਨੂੰ ਬਚਾਉਣ ਵਾਸਤੇ ਸ਼ਹਾਦਤ ਦਿੱਤੀ। ਇਹਨਾਂ ਦੇ ਜੰਝੂ ਲਾਏ ਜਾ ਰਹੇ ਸੀ, ਇਹਨਾਂ ਦਾ ਜਬਰੀ ਕਨਵਰਜਨ, ਜਿਹੜਾ ਆਪਾਂ ਪਹਿਲਾਂ ਗੱਲ ਕੀਤੀ, ਤੇਗ ਦੇ ਜ਼ੋਰ 'ਤੇ ਕਨਵਰਜਨ ਕੀਤਾ ਜਾ ਰਿਹਾ ਸੀ, ਔਰ ਇਹ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਅਨੁਸਾਰ ਹੀ ਨਹੀਂ ਸੀ। ਅਤੇ ਇਸ ਸਿਧਾਂਤ ਨੂੰ ਅਮਲੀ ਰੂਪ ਦੇਣ ਵਾਸਤੇ ਵੀ ਸੱਚਮੁੱਚ ਸਿੱਖ ਜਿਹੜੇ ਨੇ ਉਹ ਤੇਗ ਦੇ ਕਨਵਰਜਨ 'ਚ ਯਕੀਨ ਨਹੀਂ ਕਰਦੇ। ਗੁਰੂ ਤੇਗ ਬਹਾਦਰ ਸਾਹਿਬ 'ਤੇ ਸਤਿਕਾਰਯੋਗ ਗੁਰਸਿੱਖਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ। ਪਰ ਜੇ ਮੈਂ ਅੱਜ ਸਪੈਸੀਫਿਕ ਗੱਲ ਕਰਾਂ ਤੇ ਭਾਵੇਂ RSS ਗੱਲ ਤੋਂ ਇਨਕਾਰੀ ਹੋਈ ਜਾਂਦੀ ਹੈ, ਪਰ ਇਹ ਗੱਲ ਸੱਚ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਪੈਸ਼ਲੀ ਬ੍ਰਾਹਮਣਾਂ ਦੀ ਜਾਨ ਬਚਾਉਣ ਵਾਸਤੇ ਸ਼ਹਾਦਤ ਦਿੱਤੀ ਹੈ। ਬ੍ਰਾਹਮਣਾਂ ਦੀ ਜਾਨ ਬਚਾਉਣ ਲਈ ਇਸ ਕਰਕੇ ਕਿਉਂਕਿ ਜਨੇਊ ਕੇਵਲ ਬ੍ਰਾਹਮਣ ਧਾਰਨ ਕਰਦੇ ਸੀ। ਹਿੰਦੂ ਧਰਮ ਦੇ ਵਿੱਚ ਬਾਕੀ 3 ਵਰਨਾਂ ਨੂੰ ਤਾਂ ਜਨੇਊ ਧਾਰਨ ਕਰਨ ਦਾ ਅਧਿਕਾਰ ਹੀ ਨਹੀਂ। ਅਤੇ ਤਰਾਸਦੀ ਇਹ ਹੈ ਵੀ ਜਿਨ੍ਹਾਂ ਦੇ ਜਨੇਊ ਲਾਏ ਜਾ ਰਹੇ ਸੀ, ਉਸ ਦੇ ਰੋਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਜਨੇਊ ਨੂੰ ਪ੍ਰਵਾਨ ਨਾ ਕਰਦੇ ਹੁੰਦੇ ਵੀ ਸ਼ਹਾਦਤ ਦਿੱਤੀ, ਕਿਉਂਕਿ ਗੁਰੂ ਘਰ ਜਨੇਊ ਨੂੰ ਪ੍ਰਵਾਨ ਨਹੀਂ ਕਰਦਾ। ਗੁਰੂ ਨਾਨਕ ਸਾਹਿਬ ਨੇ ਜਨੇਊ ਨੂੰ ਰੱਦ ਕਰ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਇਹਦੇ ਵਾਸਤੇ ਸ਼ਹਾਦਤ ਦਿੰਦੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੀ ਵੀ ਤੇਗ ਦੇ ਜ਼ੋਰ ਦੇ ਉੱਤੇ ਕਨਵਰਜਨ ਨਹੀਂ ਕੀਤਾ ਜਾ ਸਕਦਾ। ਹਾਂ, ਵਿਚਾਰਾਂ ਦਾ ਫੈਲਾਅ ਕਰਕੇ ਕਨਵਰਜਨ ਕਰ ਲਓ, ਕੋਈ ਇਤਰਾਜ਼ ਨਹੀਂ। ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਸਨ, ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਵਾਸਤੇ ਸ਼ਹਾਦਤ ਦਿੰਦੇ ਨੇ। ਅਤੇ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਈ ਕੀ ਜਾਲ ਬੁਣਦੇ ਨੇ ਉਹ ਤੁਸੀਂ ਸਾਰੇ ਜਾਣਦੇ ਹੋ ਕਿ ਪਹਾੜੀ ਰਾਜਿਆਂ ਨੇ ਕੀ ਕੀਤਾ। ਅਤੇ ਉਹ ਪਹਾੜੀ ਰਾਜਿਆਂ ਦੇ ਵਿੱਚ ਮੈਕਸੀਮਮ ਜਿਹੜੇ ਸੀ ਉਹ ਬ੍ਰਾਹਮਣ ਸੀ। ਮੈਕਸੀਮਮ ਉਹ ਸਨ ਜਿਨ੍ਹਾਂ ਨੇ ਜਨੇਊ ਧਾਰਨ ਕੀਤਾ ਹੋਇਆ ਸੀ। ਸੋ ਇਹਨਾਂ ਨੇ ਤਾਂ ਉਸ ਵਕਤ ਤੋਂ ਹੀ ਇਸ ਗੱਲ ਤੋਂ
ਪਾਸਾ ਵੱਟ ਲਿਆ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡੇ ਵਾਸਤੇ ਸ਼ਹਾਦਤ ਦਿੱਤੀ ਹੈ। ਇਹਨਾਂ ਨੇ ਇਤਿਹਾਸ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਚੋਰੀਆਂ ਕਰਦੇ ਹੁੰਦੇ ਸੀ, ਉਹ ਤਾਂ ਇੱਕ ਡਾਕੂ ਸੀ। RSS ਨੇ ਇਤਿਹਾਸ ਲਿਖਿਆ, ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਨੇ ਫੜ ਕੇ ਕਤਲ ਕਰ ਦਿੱਤਾ। ਉਹਨਾਂ ਨੇ ਸਾਡੇ ਵਾਸਤੇ ਸ਼ਹਾਦਤ ਨਹੀਂ ਦਿੱਤੀ। ਇਹ ਸਾਰਾ ਕੁਝ ਹੋ ਰਿਹਾ ਹੈ, ਪਰ ਅੱਜ ਸਾਡੇ ਵਾਸਤੇ ਚੁਣੌਤੀ ਇਸ ਗੱਲ ਦੀ ਹੈ ਵੀ ਕੀ ਅਸੀਂ ਇਹਨਾਂ ਦੀ ਜਜ਼ਬ ਕਰਨ ਦੀ ਸੋਚ ਨੂੰ ਪ੍ਰਵਾਨ ਚੜ੍ਹਨ ਦੇਣਾ? ਕੀ ਅਸੀਂ ਸੱਚਮੁੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਹਾਂ? ਜਿਹੜਾ ਗੁਰੂ ਅੱਜ ਤੋਂ 400 ਸਾਲ ਪਹਿਲਾਂ ਸੰਸਾਰ 'ਤੇ ਆਇਆ ਔਰ ਉਹਨਾਂ ਦਾ ਸੰਸਾਰ ਤੋਂ ਜਾਣਾ ਇਸ ਕਰਕੇ ਹੋਇਆ ਕਿ ਉਹ ਤੇਗ ਦੇ ਕਨਵਰਜਨ ਨੂੰ ਪ੍ਰਵਾਨ ਨਹੀਂ ਕਰਦੇ। ਅੱਜ ਭਾਰਤ ਦੇ ਵਿੱਚ ਤੇਗ ਦਾ ਕਨਵਰਜਨ ਪੂਰੇ ਜ਼ੋਰ 'ਤੇ ਹੈ। ਅੱਜ ਇਹਨਾਂ ਦਾ ਰਾਜ ਆ ਗਿਆ, ਭਾਜਪਾ ਸਰਕਾਰ ਹੈ, ਅਤੇ ਭਾਜਪਾ ਸਰਕਾਰ ਦੇ ਰਾਜ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜ਼ਬਰਦਸਤੀ ਇਹਨਾਂ ਨੂੰ ਲਤਾੜਿਆ ਜਾ ਰਿਹਾ, ਲੋਕਾਂ ਨੂੰ ਕਨਵਰਟ ਕੀਤਾ ਜਾ ਰਿਹਾ, ਉਹਨਾਂ ਨੂੰ ਆਪਣੇ ਧਰਮ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ, ਉਹਨਾਂ ਨੂੰ ਆਪਣੇ ਜਿਹੜੇ ਗੁਰੂ ਪੀਰ ਹੈ ਉਹਨਾਂ ਨੂੰ ਮੰਨਣ ਨਹੀਂ ਦਿੱਤਾ ਜਾ ਰਿਹਾ। ਅਤੇ ਇਸ ਸਮੇਂ ਦੇ ਵਿੱਚ ਜੇ ਸਿੱਖ ਸੁੱਤੇ ਰਹੇ ਅਤੇ ਭਾਵੇਂ ਅਸੀਂ ਰਾਜ ਕਰੇਗਾ ਖਾਲਸਾ ਦਾ ਦੋਹਰਾ ਪੜ੍ਹੀ ਜਾਈਏ, ਪਰ ਇਹ ਰਾਜ ਨਹੀਂ ਆ ਸਕਦਾ। ਰਾਜ ਤਾਂ ਹੀ ਆਊਗਾ ਜੇ ਅਸੀਂ ਅੱਜ ਸੱਚਮੁੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਸ ਸੋਚ 'ਤੇ ਪਹਿਰਾ ਦਿੱਤਾ, ਕਿਉਂਕਿ ਗੱਲ ਉੱਥੇ ਹੈ। ਪਰ ਇੱਥੇ ਅਜਿਹੇ ਗੁਰਸਿੱਖ ਵੀ ਹਨ ਜਿਹੜੇ ਸੱਚਮੁੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੋਚ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਚੱਲ ਰਹੇ ਨੇ। ਉਹਦੀ ਉਦਾਹਰਨ ਹੈ ਕਿ ਜਦੋਂ ਕਸ਼ਮੀਰੀਆਂ ਦੇ ਉੱਤੇ ਜ਼ੁਲਮ ਹੁੰਦਾ ਹੈ ਅਤੇ ਕੁਝ ਸਾਡੇ ਸਤਿਕਾਰਤ ਸਿੱਖ ਭਰਾ ਜਿਨ੍ਹਾਂ ਦੇ ਵਿੱਚ ਤੁਸੀਂ ਸਾਰੇ ਸ਼ਾਮਲ ਹਾਂ, ਅਸੀਂ ਉੱਥੇ ਜਾ ਕੇ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਹਾਂ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ 'ਤੇ ਪਹਿਰਾ ਦੇਣਾ ਹੈ, ਕਿਉਂਕਿ ਅਸੀਂ ਕਿਸੇ ਵਿਸ਼ੇਸ਼ ਧਰਮ, ਕਿਸੇ ਵਿਸ਼ੇਸ਼ ਵਰਨ ਜਾਂ ਕਿਸੇ ਵਿਸ਼ੇਸ਼ ਫਿਰਕੇ ਦੇ ਨਾਲ ਉਹਨਾਂ ਦੇ ਪ੍ਰਤੀ ਆਸਥਾ ਨਹੀਂ ਰੱਖਦੇ। ਸਾਡੀ ਤਾਂ ਲੜਾਈ ਇਹ ਹੈ ਵੀ ਅਸੀਂ ਤੇਗ ਦਾ ਕਨਵਰਜਨ ਪ੍ਰਵਾਨ ਨਹੀਂ ਕਰਨਾ, ਅਸੀਂ ਜ਼ਬਰਦਸਤੀ ਧਰਮ ਪਰਿਵਰਤਨ ਪ੍ਰਵਾਨ ਨਹੀਂ ਕਰਨਾ, ਚਾਹੇ ਫਿਰ ਉਹ ਉਸ ਸਮੇਂ ਬ੍ਰਾਹਮਣਾਂ ਦਾ ਹੋ ਰਿਹਾ ਸੀ ਅਤੇ ਚਾਹੇ ਅੱਜ ਮੁਸਲਮਾਨਾਂ ਦਾ ਹੋ ਰਿਹਾ। ਅੱਜ ਮੁਸਲਮਾਨਾਂ ਨੂੰ ਜ਼ਬਰਦਸਤੀ ਮੁਸਲਮਾਨ ਧਰਮ ਛੱਡਣ ਵਾਸਤੇ ਮਜਬੂਰ ਕੀਤਾ ਜਾ ਰਿਹਾ। ਉਹਨਾਂ ਦੀਆਂ ਮਸਜਿਦਾਂ ਦੇ ਉੱਤੇ ਹਮਲੇ ਹੋ ਰਹੇ ਨੇ, ਉਹਨਾਂ ਦੀਆਂ ਮਸਜਿਦਾਂ ਦੇ ਉੱਤੋਂ ਉਹਨਾਂ ਦੇ ਝੰਡੇ ਉਤਾਰ ਕੇ ਆਪਣੇ ਜਿਹੜੇ ਭਗਵੇਂ ਝੰਡੇ ਉਹ ਚੜ੍ਹਾਏ ਜਾ ਰਹੇ ਨੇ। ਇਸ ਮੌਕੇ 'ਤੇ ਵੀ ਸਿੱਖਾਂ ਨੂੰ ਆਪਣੀ ਜ਼ਿੰਮੇਵਾਰੀ ਪਹਿਚਾਨਣੀ ਪਊਗੀ ਔਰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਊਗੀ। ਪਰ ਤਰਾਸਦੀ ਇਹ ਹੈ ਵੀ ਜਿਹੜੇ ਸਿੱਖਾਂ ਨੇ ਸੰਸਾਰ ਨੂੰ ਇੱਕ ਰਸਤਾ ਦਿਖਾਉਣਾ ਸੀ, ਉਹਨਾਂ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਸਮਾਗਮ ਮਨਾਉਣ ਤੋਂ ਮੁਨਕਰ ਹੋਈ ਜਾਂਦੀ ਹੈ। ਕੁਝ ਦਿਨ ਪਹਿਲਾਂ ਕੁੰਭ ਦਾ ਮੇਲਾ ਚੱਲਿਆ, ਉੱਥੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਇਕੱਠ ਹੋਇਆ ਔਰ ਉਹਨਾਂ ਨੇ ਬੜੇ ਧੜੱਲੇ ਦੇ ਨਾਲ ਉਹ ਆਪਣਾ ਪ੍ਰੋਗਰਾਮ ਜਿਹੜਾ ਉਹ ਨੇਪਰੇ ਚੜ੍ਹਾਇਆ। ਅਤੇ ਅੱਜ ਤੁਸੀਂ ਸ਼੍ਰੋਮਣੀ ਕਮੇਟੀ ਦੇ ਬਿਆਨ ਦੇਖ ਲਓ, ਸ਼੍ਰੋਮਣੀ ਕਮੇਟੀ ਖੁਦ ਬਿਆਨ ਦੇ ਰਹੀ ਹੈ ਵੀ ਕਰੋਨਾ ਮਹਾਂਮਾਰੀ ਨੂੰ ਧਿਆਨ 'ਚ ਰੱਖਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮਾਗਮਾਂ ਦੇ ਉੱਤੇ ਇਕੱਠ ਨਹੀਂ ਕੀਤੇ ਜਾਊਗੇ। ਜੇ ਤੁਸੀਂ ਇਹੋ ਜਿਹੇ ਇਤਿਹਾਸਿਕ ਸਮਾਗਮਾਂ ਦੇ ਉੱਤੇ ਇਕੱਠ ਨਹੀਂ ਕਰੋਗੇ, ਉਹਨਾਂ ਸਮਾਗਮਾਂ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫਲਸਫੇ ਨੂੰ ਨਹੀਂ ਪ੍ਰਚਾਰੋਗੇ, ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਖਾਲਸੇ ਦਾ ਰਾਜ ਕਾਇਮ ਹੋ ਜਾਊਗਾ? ਔਰ ਇਹਦੇ ਪਿੱਛੇ ਵੀ ਮੈਨੂੰ ਲੱਗਦਾ ਵੀ ਇਹ ਸਾਜ਼ਿਸ਼ ਹੈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਦੋਂ ਗੱਲ ਚੱਲਦੀ ਹੈ ਉੱਥੇ ਇਹ ਗੱਲ ਦਾ ਜ਼ਿਕਰ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬ੍ਰਾਹਮਣਾਂ ਦੀ ਜਾਨ ਬਚਾਉਣ ਲਈ ਸ਼ਹਾਦਤ ਦਿੱਤੀ। ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ 'ਤੇ ਡਾਇਰੈਕਟ ਜਾਂ ਇਨਡਾਇਰੈਕਟ ਦਬਾਅ ਹੋ ਸਕਦਾ ਵੀ, ਕਿਉਂਕਿ ਇਹ ਅੱਜ ਰਾਜਕਰਤਾ ਸ਼੍ਰੇਣੀ ਨੂੰ ਇਹ ਗੱਲ ਸੋਹਣੀ ਨਹੀਂ ਲੱਗਦੀ, ਕਿਉਂਕਿ ਉਹਨਾਂ ਦਾ ਰਾਜ ਸਥਾਪਿਤ ਹੋ ਗਿਆ। ਉਹ ਆਪਣੇ ਪੁਰਖਿਆਂ ਦੀ ਐਸੀ ਗੱਲ ਸੁਣ ਕੇ ਉਹ ਘਬਰਾ ਜਾਂਦੇ ਨੇ ਵੀ ਕਿਉਂ ਇਸ ਤਰ੍ਹਾਂ ਹੋ ਰਿਹਾ। ਅਤੇ ਸ਼ਾਇਦ ਇਹੀ ਕਾਰਨ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਸ਼ਤਾਬਦੀ ਦੇ ਜਿਹੜੇ ਸਮਾਗਮ ਨੇ ਉਹਨਾਂ ਨੂੰ ਕਰੋਨਾ ਮਹਾਂਮਾਰੀ ਦੇ ਨਾਮ ਹੇਠ ਜਿਹੜਾ ਮਨਾਉਣ ਤੋਂ ਮੁਨਕਰ ਹੋਇਆ ਜਾ ਰਿਹਾ। ਆਖਰ ਦੇ ਵਿੱਚ ਸਰਦਾਰ ਅਮਰੀਕ ਸਿੰਘ ਬੱਲੋਵਾਲ ਹੋਣਾ ਤੋਂ ਇੱਕ ਟਿੱਪਣੀ ਚਾਹੁੰਦਾ। ਉਹ ਟਿੱਪਣੀ ਇਹ ਆ ਕਿ ਜਦੋਂ ਸਿੱਖੀ ਉੱਤੇ ਹਮਲੇ ਹੁੰਦੇ ਆ ਤਾਂ ਕੁਝ ਕੁ ਹੀ ਸਿੱਖ ਬੋਲਦੇ ਆ, ਬਹੁਤੇ ਚੁੱਪ ਰਹਿੰਦੇ ਆ। ਚੁੱਪ ਰਹਿਣ ਵਾਲਿਆਂ ਬਾਰੇ ਕੀ ਕਹਿਣਾ ਚਾਹੁੰਦੇ? ਜਦੋਂ 1984 ਵਾਪਰਿਆ ਸੀ ਨਾ ਜੀ, ਅਤੇ ਸੰਤ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਸੀ। ਉਸ ਵੇਲੇ ਸਟੇਟ ਦੇ ਹੱਕ ਦੇ ਵਿੱਚ ਭੁਗਤਣ ਵਾਲੇ ਅਤੇ ਸਟੇਟ ਦੇ ਹੱਕ ਦੇ ਵਿੱਚ ਚੁੱਪ ਰਹਿਣ ਵਾਲੇ ਬਹੁਤੇ ਸਿੱਖਾਂ ਨੂੰ ਇਹ ਲੱਗਦਾ ਸੀ ਵੀ ਸ਼ਾਇਦ ਅਸੀਂ ਬਚ ਜਾਵਾਂਗੇ, ਕੇਵਲ ਉਹੀ ਟਾਰਗੇਟ ਹੋਣਗੇ ਜਿਹੜੇ ਜੁਝਾਰੂ ਨੇ ਜਾਂ ਜਿਹੜੇ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ। ਪਰ ਕੁਝ ਕੁ ਮਹੀਨਿਆਂ ਬਾਅਦ ਨਵੰਬਰ 84 ਦੇ ਵਿੱਚ ਸਿੱਖ ਕੌਮ ਦਾ ਇਹ ਭੁਲੇਖਾ ਨਿਕਲ ਗਿਆ ਸੀ, ਜਦੋਂ ਸਿੱਖਾਂ ਨੂੰ ਕੇਵਲ ਇਸ ਕਰਕੇ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਇਹ ਸਿੱਖ ਨੇ। ਉੱਥੇ ਇਹ ਨਹੀਂ ਦੇਖਿਆ ਗਿਆ ਵੀ ਕਿਹੜਾ ਪਰਿਵਾਰ ਜਿਹੜਾ ਹੈ ਉਹ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਦਾ, ਕਿਹੜਾ ਸੰਘਰਸ਼ੀ ਹੈ, ਕਿਹੜਾ ਜੁਝਾਰੂ ਹੈ। ਉੱਥੇ ਕੇਵਲ ਇਹ ਪਹਿਚਾਣ ਦੇਖੀ ਗਈ ਵੀ ਇਹ ਸਿੰਘ ਹੈ ਅਤੇ ਕੌਰ ਹੈ। ਉਹਨਾਂ ਦੇ ਘਰਾਂ ਨੂੰ ਨਿਸ਼ਾਨੀਆਂ ਲਾ ਕੇ, ਗਲਾਂ 'ਚ ਟਾਇਰ ਪਾ ਕੇ ਅੱਗ ਲਾਈ ਗਈ, ਬਲਾਤਕਾਰ ਕੀਤੇ ਗਏ। ਇਹ ਸਾਰਾ ਕੁਝ ਸਾਡੇ ਸਾਹਮਣੇ ਹੈ। ਅਤੇ ਮੈਂ ਆਪਣੇ ਗੁਰਸਿੱਖਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ 84 ਲੰਘੀ ਨੂੰ ਬਹੁਤਾ ਸਮਾਂ ਨਹੀਂ ਹੋ ਗਿਆ। ਜੇ ਤੁਸੀਂ ਇਹ ਸੋਚਦੇ ਹੋ ਵੀ ਅੱਜ ਚੁੱਪ ਵੱਟ ਕੇ ਤੁਸੀਂ ਬਚ ਸਕਦੇ ਹੋ ਤਾਂ ਤੁਹਾਡੀ ਸੋਚ ਤੁਹਾਨੂੰ ਮੁਬਾਰਕ ਹੈ। ਪਰ ਗੱਲ ਇਹ ਹੈ
ਵੀ ਤੁਹਾਡੀ ਚੁੱਪ ਦੇ ਕਰਕੇ ਅਸੀਂ ਤਾਂ ਸ਼ਹਾਦਤੀ ਜਾਮ ਪੀ ਜਾਵਾਂਗੇ, ਜਿਹੜੇ ਸਰਕਾਰਾਂ ਖਿਲਾਫ ਆਵਾਜ਼ ਬੁਲੰਦ ਕਰਦੇ ਨੇ ਕੁਝ ਸਿੱਖ, ਉਹ ਤੇ ਸ਼ਹੀਦੀ ਜਾਮ ਪੀ ਜਾਣਗੇ, ਪਰ ਬਚੋਗੇ ਤੁਸੀਂ ਵੀ ਨਹੀਂ। ਤੇ ਜਦੋਂ ਪੰਥ ਹੀ ਨਾ ਰਹਾ ਫਿਰ ਗ੍ਰੰਥ ਕੀ ਕੌਣ ਮਾਨੇਗਾ? ਗ੍ਰੰਥ ਤੇ ਪੰਥ ਦੋਵੇਂ ਇੱਕ ਦੂਜੇ ਦੇ ਨਾਲ ਹੈ। ਪੰਥ ਤਾਂ ਹੀ ਰਹੂਗਾ ਜੇ ਗ੍ਰੰਥ ਹੈ, ਤੇ ਗ੍ਰੰਥ ਦੀ ਸਲਾਮਤੀ ਵੀ ਤਾਂ ਹੀ ਹੈ ਜੇ ਪੰਥ ਹੈ। ਤੇ ਤੁਸੀਂ ਪੰਥ ਦਾ ਨਸਲ ਘਾਤ ਕਰਨ ਵਾਲੇ ਪਾਸੇ ਤੁਰ ਰਹੇ ਹੋ। ਇਸ ਕਰਕੇ ਚੁੱਪ ਰਹਿਣ ਦਾ ਇਹ ਸਮਾਂ ਨਹੀਂ। ਜਾਂ ਤਾਂ ਮੈਦਾਨ ਦੇ ਵਿੱਚ ਨਿੱਤਰੋ, ਜੇ ਨਹੀਂ ਨਿੱਤਰ ਸਕਦੇ ਤਾਂ ਘੱਟੋ ਘੱਟ ਮੈਦਾਨ ਦੇ ਵਿੱਚ ਨਿੱਤਰੇ ਹੋਇਆਂ ਦਾ ਵਿਰੋਧ ਨਾ ਕਰੋ। ਜੇ ਤੁਸੀਂ ਚੁੱਪ ਰਹਿ ਕੇ ਸਰਕਾਰ ਦਾ ਸਮਰਥਨ ਕਰ ਰਹੇ ਹੋ ਤੇ ਘੱਟੋ ਘੱਟ ਕੁਝ ਕੁ ਬੋਲ ਕੇ, ਆਪਣੇ ਸੀਮਿਤ ਸਾਧਨਾਂ ਦੇ ਨਾਲ ਬੋਲ ਕੇ ਉਹਨਾਂ ਸੰਘਰਸ਼ੀਆਂ ਦਾ ਸਮਰਥਨ ਤਾਂ ਕਰੋ ਜਿਹੜੇ ਆਪਣੇ ਘਰਾਂ ਨੂੰ ਛੱਡ ਕੇ ਵਿਖੜੇ ਪੈਂਡਿਆਂ ਦੇ ਰਾਹੀ ਬਣੇ ਹੋਏ ਨੇ। ਸੋ ਇਹ ਮੇਰੀ ਅਪੀਲ ਹੈ। ਕਿਉਂਕਿ ਖਾਮੋਸ਼ ਸਹਿਮਤੀ ਬਾਰੇ ਗੱਲ ਕਰਨੀ ਜ਼ਰੂਰੀ ਸੀ, ਆਖਰ ਆਪਾਂ ਇਸ ਗੱਲ ਨਾਲ ਹੀ ਕੀਤਾ। ਕੋਈ ਗੱਲ ਰਹਿ ਗਈ ਹੋਵੇ ਤਾਂ ਸਰਦਾਰ ਅਮਰੀਕ ਸਿੰਘ ਹੁਣਾਂ ਨੂੰ ਮੈਂ ਕਹਿੰਦਾ, ਕੁਝ ਹੋਰ ਵਿਚਾਰ ਟੁੱਟਵੇਂ ਰਹਿੰਦੇ ਹੋਣ ਤਾਂ ਤੁਸੀਂ ਆਖਰ 'ਚ ਕਨਕਲੂਜ਼ਨ ਵਜੋਂ ਕਹਿ ਸਕਦੇ ਹੋ। ਨਹੀਂ, ਤਕਰੀਬਨ ਤਾਂ ਆਪਾਂ ਸਾਰੇ ਵਿਚਾਰਾਂ ਦੇ ਉੱਤੇ ਜਿਹੜੀ ਆ ਛੋਟੇ ਛੋਟੇ ਸਮੇਂ ਦੇ ਵਿੱਚ ਗੱਲਬਾਤ ਕਰ ਲਈ ਹੈ, ਕਿਉਂਕਿ ਸਮਾਂ ਬੜਾ ਸੀਮਤ ਹੁੰਦਾ। ਫਿਰ ਕਿਤੇ ਆਪਣਾ ਸਬੱਬ ਬਣਿਆ ਤਾਂ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਮੈਂ ਆਪਣੀ ਸਿੱਖ ਕੌਮ ਨੂੰ ਇਹ ਅਪੀਲ ਕਰਨੀ ਚਾਹੁੰਦਾ ਵੀ ਸਮਾਂ ਬੜਾ ਤੇਜ਼ੀ ਦੇ ਨਾਲ ਬਦਲ ਰਿਹਾ ਹੈ। ਸਮੇਂ ਦੇ ਨਾਲ ਸਾਡਾ ਦੁਸ਼ਮਣ ਬੜਾ ਸ਼ਕਤੀਸ਼ਾਲੀ ਹੋ ਗਿਆ, ਕਿਉਂਕਿ ਪਹਿਲਾਂ ਸਾਡਾ ਦੁਸ਼ਮਣ ਕੇਵਲ ਵਿਉਂਤਬੰਦੀ ਕਰਦਾ ਸੀ, ਹੁਣ ਉਹਨਾਂ ਦੇ ਨਾਲ ਰਾਜ ਵੀ ਜੁੜ ਗਿਆ। ਅਤੇ ਜਦੋਂ ਰਾਜ ਦੀ ਤਾਕਤ ਨਾਲ ਜੁੜ ਜਾਵੇ ਤਾਂ ਦੁਸ਼ਮਣ ਹੋਰ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਹਮਲੇ ਜਿਹੜੇ ਆ ਉਹ ਆਰੰਭ ਕਰ ਦਿੰਦਾ। ਅੱਜ ਸਾਡੇ ਵਾਸਤੇ ਸਮਾਂ ਘਰਾਂ ਦੇ ਵਿੱਚ ਬੈਠ ਕੇ ਨਮੋਸ਼ ਹੋ ਕੇ ਚੁੱਪ ਹੋ ਕੇ ਰਹਿਣ ਦਾ ਨਹੀਂ। ਅੱਜ ਸਾਨੂੰ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਨੂੰ ਬਚਾਉਣ ਵਾਸਤੇ, ਕਿਉਂਕਿ ਮਾਰਿਆ ਸਿੱਕਾ ਜਗਤ ਮੈਂ ਨਾਨਕ ਨਿਰਮਲ ਪੰਥ ਚਲਾਇਆ, ਅਤੇ ਉਸ ਨਿਰਮਲ ਪੰਥ ਨੂੰ ਦੁਬਾਰਾ ਨਿਰਮਲ ਬਣਾਉਣ ਵਾਸਤੇ ਮੈਦਾਨ 'ਚ ਨਿੱਤਰਨਾ ਪਊਗਾ। ਸਾਡੇ ਵਾਸਤੇ ਕੋਈ ਆਪਸ਼ਨ ਹੋਰ ਬਚੀ ਨਹੀਂ। ਸਿੱਖਾਂ ਵਾਸਤੇ ਕੇਵਲ ਇੱਕੋ ਹੀ ਰਸਤਾ ਬਚਿਆ, ਜਾਂ ਸੰਘਰਸ਼ ਕਰੋ ਅਤੇ ਜਾਂ ਮਾਰੇ ਜਾਓ। ਵਿੱਚ ਵਿਚਾਲੇ ਦਾ ਕੋਈ ਰਸਤਾ ਨਹੀਂ। ਜਾਂ ਸੰਘਰਸ਼ੀ ਬਣ ਜਾਓ ਅਤੇ ਜਾਂ ਫਿਰ ਮਰਨ ਲਈ ਤਿਆਰ ਹੋ ਜਾਓ। ਅਤੇ ਜੇ ਤੁਸੀਂ ਅੱਜ ਸੰਘਰਸ਼ੀਆਂ ਦੀ ਪਿੱਠ 'ਤੇ ਨਾ ਖੜ੍ਹੇ ਹੋਏ ਅਤੇ ਫਿਰ ਤੁਹਾਡੀ ਕੌਮ ਨੂੰ ਕੋਈ ਨਹੀਂ ਬਚਾ ਸਕਦਾ, ਕਿਉਂਕਿ ਸੰਘਰਸ਼ ਕਰਨ ਵਾਲਿਆਂ ਨੇ ਹੀ ਆਪਣੀਆਂ ਜਾਨਾਂ ਦੀ ਸ਼ਹਾਦਤ ਦੇ ਕੇ, ਆਪਣੀ ਕੁਰਬਾਨੀ ਦੇ ਕੇ ਕੌਮ ਨੂੰ ਇੱਥੇ ਤੱਕ ਲੈ ਕੇ ਆਂਦਾ ਵੀ ਅੱਜ ਸੰਸਾਰ 'ਚ ਕੌਮ ਦੇ ਨਿਸ਼ਾਨ ਝੂਲ ਰਹੇ ਨੇ। ਅਤੇ ਅੱਜ ਸੰਘਰਸ਼ੀ ਬਣਨਾ ਅਤੇ ਸੰਘਰਸ਼ੀਆਂ ਦਾ ਸਾਥ ਦੇਣਾ ਸਭ ਤੋਂ ਵੱਡੀ ਜ਼ਰੂਰਤ ਹੈ। ਔਰ ਪੰਥਕਾਂ ਅਤੇ ਪੰਥ ਦੋਖੀਆਂ ਦੀ ਪਹਿਚਾਣ ਕਰਨੀ ਸਿੱਖੋ। ਜ਼ਰੂਰੀ ਨਹੀਂ ਵੀ ਹਰ ਕੋਈ ਦਮਾਲਾ ਸਜਾ ਕੇ ਜਾਂ ਸੁੰਦਰ ਦਾੜਾ ਪ੍ਰਕਾਸ਼ ਕਰਕੇ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੋਵੇ। ਦਿੱਖ ਦੇ ਉੱਤੇ ਨਾ ਜਾਓ, ਵਿਚਾਰਾਂ ਦੇ ਉੱਤੇ ਜਾਓ। ਵਿਚਾਰ ਸੁਣੋ, ਵਿਚਾਰ ਸੁਣ ਕੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੀ ਕਸਵੱਟੀ 'ਤੇ ਪਰਖੋ ਵੀ ਕੀ ਇਹਦੇ ਵਿਚਾਰ ਜਿਹੜੇ ਨੇ ਉਹ ਗੁਰੂ ਸਾਹਿਬ ਦੇ ਸਿਧਾਂਤ ਅਨੁਸਾਰੀ ਨੇ ਜਾਂ ਉਹਦੇ ਵਿਰੋਧ ਦੇ ਵਿੱਚ ਨੇ। ਫਿਰ ਉਸ ਦੇ ਮਗਰ ਲੱਗੋ। ਕੇਵਲ ਦਿੱਖ ਦੇਖ ਕੇ ਉਹਦੇ ਮਗਰ ਨਾ ਲੱਗ ਜਾਓ, ਕਿਉਂਕਿ ਅਸੀਂ ਦਿੱਖ ਦੇ ਪਿੱਛੇ ਲੱਗ ਕੇ ਬਹੁਤ ਵੱਡੇ ਖੁਆਰ ਹੋਏ ਹਾਂ ਅਤੇ ਖੁਆਰੀ ਦਾ ਸ਼ਿਕਾਰ ਹੋਏ। ਇੰਨੀਆਂ ਮੇਰੀਆਂ ਬੇਨਤੀਆਂ। ਮੈਂ ਸਿੱਖ ਨਿਊਜ਼ 24 ਨੂੰ ਵਧਾਈ ਦਿੰਦਾ ਜਿਹੜਾ ਤੁਸੀਂ ਇਹ ਉਪਰਾਲਾ ਕੀਤਾ। ਬੜੀਆਂ ਹੀ ਸਤਿਕਾਰਤ ਸ਼ਖਸੀਅਤਾਂ ਨੂੰ ਤੁਸੀਂ ਸਾਡੇ ਰੂਬਰੂ ਕਰਾਉਂਦੇ ਰਹਿੰਦੇ ਹੋ, ਕਿਉਂਕਿ ਵਿਚਾਰ ਜਾਣੇ ਬਹੁਤ ਜ਼ਰੂਰੀ ਨੇ। ਅੱਜ ਦੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਸਾਡੇ ਵਿਚਾਰਾਂ ਨੂੰ ਸੰਸਾਰ ਭਰ ਦੇ ਵਿੱਚ ਲੈ ਕੇ ਜਾ ਰਹੇ ਹੋ, ਇਹਦੇ ਲਈ ਤੁਹਾਡੇ ਮੈਂ ਸਦਾ ਰਿਣੀ ਹਾਂ। ਤੁਹਾਡੇ ਲਈ ਔਰ ਤੁਹਾਡੇ ਕੈਮਰਾਮੈਨ ਸਰਦਾਰ ਪ੍ਰਿਤਪਾਲ ਸਿੰਘ ਜੀ ਹੈ, ਤੁਸੀਂ ਸਰਦਾਰ ਪਵਲਪ੍ਰੀਤ ਸਿੰਘ ਜੀ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ। ਮੈਂ ਦਿਲੋਂ ਅਰਦਾਸ ਕਰਦਾ ਵੀ ਤੁਹਾਡੇ ਵਰਗੀਆਂ ਸ਼ਖਸੀਅਤਾਂ ਜਿਹੜੀਆਂ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਔਰ ਪੰਥ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੇ। ਬਹੁਤ ਧੰਨਵਾਦ ਸਰਦਾਰ ਅਮਰੀਕ ਸਿੰਘ ਹੁਣਾਂ, ਉਹਨਾਂ ਨੇ ਬੜੇ ਉੱਤਮ ਵਿਚਾਰ ਰੱਖੇ। ਗੱਲ ਇਹ ਆ ਕਿ ਇਹ ਜਿਹੜਾ ਵਿਸ਼ਾ ਨਾ RSS ਵਾਲਾ, ਇਹਦੇ ਬਾਰੇ ਬਹੁਤੇ ਸਿੱਖ ਜਾਂ ਕਹਿ ਲਓ ਆਗੂ ਟਿੱਪਣੀ ਕਰਨ ਤੋਂ ਵੀ ਭੱਜ ਜਾਂਦੇ ਆ। ਸੋ ਇਹਨਾਂ ਨੇ ਬੜੇ ਵਿਸਥਾਰ ਨਾਲ ਗੱਲਾਂ ਕੀਤੀਆਂ, ਬੇਬਾਕ ਹੋ ਕੇ ਗੱਲਾਂ ਕੀਤੀਆਂ। ਸੁਣਨ ਵਾਲੇ ਦਰਸ਼ਕਾਂ ਜਾਂ ਪੜ੍ਹਨ ਵਾਲੇ ਪਾਠਕਾਂ ਤੱਕ ਗੱਲ ਦੱਸਦੀ ਹੈ ਜਿਹੜੇ Sikh24.com ਨਾਲ ਲਗਾਤਾਰ ਜੁੜੇ ਰਹਿੰਦੇ ਆ। ਗੱਲ ਇਹ ਆ ਕਿ ਅਸੀਂ ਇਹ ਨਹੀਂ ਦੇਣੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਜਦੋਂ ਪ੍ਰਕਾਸ਼ ਪੁਰਬ 400 ਸਾਲਾਂ ਦੇ ਰੂਪ 'ਚ ਆਇਆ ਹੋਇਆ, ਅਤੇ ਅਸੀਂ ਮਹਾਰਾਜ ਦੀ ਸ਼ਹਾਦਤ, ਸਿੱਖ ਫਲਸਫਾ ਅਤੇ ਨਾਲ ਦੀ ਨਾਲ ਜਿਹੜੀਆਂ ਸਿੱਖ ਪੰਥ ਨੂੰ ਚੁਣੌਤੀਆਂ ਨੇ, RSS ਵਰਗੀ ਜਿਹੜੀ ਫਿਰਕੂ ਜਮਾਤ ਆ, ਉਸ ਵੱਲੋਂ ਜਿਹੜੇ ਹੱਲੇ ਕੀਤੇ ਜਾਂਦੇ ਆ, ਹੱਲਿਆਂ ਦੇ ਜਿਹੜੇ ਵਿਸਥਾਰ ਆ, ਉਸ ਵਿਸਥਾਰ ਦਾ ਜਿਹੜਾ ਉੱਤਰ ਆ, ਅਜਿਹੇ ਸਿੱਖ ਆਗੂ ਹੋਣ, ਵਿਚਾਰਵਾਨ ਹੋਣ ਜਾਂ ਵਿਦਵਾਨ ਹੋਣ, ਅਸੀਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਨੂੰ ਜਾਰੀ ਰੱਖ ਰਹੇ ਹਾਂ। ਅੱਜ ਦੀ ਇਸ ਕੜੀ ਦੀ ਇਹ ਪਹਿਲੀ ਗੱਲਬਾਤ ਆ ਜਿਹੜੀ ਸਰਦਾਰ ਅਮਰੀਕ ਸਿੰਘ ਬੱਲੋਵਾਲ ਹੋਣਾ ਨਾਲ ਅਸੀਂ ਦੁਆਬੇ ਦੇ ਖੇਤਰ 'ਚ ਕੀਤੀ ਆ, ਅਤੇ ਇਸ ਤੋਂ ਅੱਗੇ ਹੋਰ ਗੱਲਾਂ ਬਾਤਾਂ ਵੀ ਬਹੁਤ ਛੇਤੀ ਤੁਹਾਡੇ ਤੱਕ ਹਾਜ਼ਰ ਰੱਖਾਂਗੇ। ਸੋ ਇੱਥੇ ਹੀ ਦੋਵਾਂ ਸਿੱਖਾਂ ਵੱਲੋਂ ਬੁਲਾਈ ਹੋਈ ਸਾਂਝੀ ਫਤਿਹ ਤੁਸੀਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।